महात्मा गांधी राजनीतिक आगू सी, हुण उन्हां नूं शायद रब दा भी दर्जा देता केजरीवाल रांझा कुछ लीडरां ने। ਮਾਨਯੋਗ ਅਦਾਲਤਾਂ ਜਿਹੜੀਆਂ ਆ ਉਹਨਾਂ ਨੂੰ ਜ਼ਰੂਰ ਇਹਦੇ 'ਚ ਦਖਲ ਦੇਣਾ ਚਾਹੀਦਾ। ਜਿੱਦਾਂ ਉੱਥੇ ਮਹਾਰਾਸ਼ਟਰ ਵਾਲਾ ਜਿਹੜਾ ਮਾਮਲਾ ਉਹ ਭਾਵੇਂ ਹੁਣ ਅਦਾਲਤ ਦੇ ਵਿੱਚ ਹੈਗਾ, ਉਹ ਸੇਵਾ ਦੀ ਥਾਂ ਦੇ ਉੱਤੇ ਵਪਾਰ ਹੋ ਗਈ, ਹੁਣ ਤਾਂ ਵਪਾਰ ਤੋਂ ਵੀ ਅੱਗੇ ਜਾ ਕੇ ਧੰਦਾ ਹੋ ਗਈ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਪ੍ਰਾਈਮ ਟਾਈਮ ਸ਼ੋਅ ਦਾ ਹੋ ਗਿਆ ਜੀ ਸਮਾਂ। ਮੇਰੇ ਨਾਲ ਚੰਡੀਗੜ੍ਹ ਤੋਂ ਜੁੜ ਗਏ ਹਰ ਰੋਜ਼ ਦੀ ਤਰ੍ਹਾਂ ਸੁਸ਼ੀਲ ਦਸਾਂਝ ਜੀ। ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ, ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹ 'ਤੇ ਚਰਚਾ ਕਰਾਂਗੇ। ਆਪਣੇ ਦਰਸ਼ਕਾਂ ਦਾ ਸਵਾਗਤ ਵੀ ਕਰਦੇ ਹਾਂ ਅਤੇ ਨਾਲ ਨਾਲ ਦਸਾਂਝ ਸਾਹਿਬ ਦਾ ਵੀ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਦਸਾਂਝ ਸਾਹਿਬ, ਸਤਿ ਸ੍ਰੀ ਅਕਾਲ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ, ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਜੀ ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਭਾਰਤ ਦੀ ਸਿਆਸਤ ਬੜੇ ਖਤਰਨਾਕ ਮੋੜ 'ਤੇ ਆ। ਅੱਜ ਮੈਂ ਕੇਜਰੀਵਾਲ ਹੋਰਾਂ ਦਾ ਇੱਕ ਵੀਡੀਓ ਸੁਣ ਰਿਹਾ ਸੀਗਾ। ਕਹਿੰਦੇ ਅਸੀਂ ਮਹਾਤਮਾ ਗਾਂਧੀ ਦੀ ਸਮਾਧੀ ਦੇ ਉੱਤੇ ਜਾ ਕੇ ਬੈਠ ਕੇ ਆਏ ਹਾਂ, ਅਰਦਾਸਾਂ ਕਰਕੇ ਆਏ ਹਾਂ ਕਿ ਦੇਸ਼ ਨੂੰ ਇਸ ਸੰਕਟ 'ਚੋਂ ਬਾਹਰ ਕੱਢੋ, ਜੋ ਕੁਝ ਹੋ ਰਿਹਾ ਸਾਡੇ ਆਲੇ ਦੁਆਲੇ ਇਹਨੂੰ ਬੰਦ ਕਰਾਓ। ਮਹਾਤਮਾ ਗਾਂਧੀ ਰਾਜਨੀਤਿਕ ਆਗੂ ਸੀ, ਹੁਣ ਉਹਨਾਂ ਨੂੰ ਸ਼ਾਇਦ ਰੱਬ ਦਾ ਵੀ ਦਰਜਾ ਦੇਤਾ ਕੇਜਰੀਵਾਲ ਰਾਂਝਾ ਕੁਝ ਲੀਡਰਾਂ ਨੇ ਕਿ ਉੱਥੇ ਜਾ ਕੇ ਅਰਦਾਸ ਕਰਨ ਨਾਲ ਕੁਛ ਨਾ ਕੁਛ ਹੋ ਜਾਏਗਾ। ਚਾਹੀਦਾ ਤੇ ਆ ਕਿ ਜਿਹੜੇ ਭੈੜ ਸਾਡੀ ਸਿਆਸਤ 'ਚ ਪਏ ਆ ਉਹਦਾ ਡਟਵਾਂ ਵਿਰੋਧ ਕੀਤਾ ਜਾਵੇ। ਜੇ ਕੇਜਰੀਵਾਲ ਨੂੰ ਲੱਗਦਾ ਆ ਕਿ ਉਹਨਾਂ ਦੇ ਵਿਧਾਇਕ 40 ਤੋੜਨ ਵਾਸਤੇ 20 ਕਰੋੜ ਰੁਪਈਆ ਯਾਨੀ 800 ਕਰੋੜ ਰੁਪਈਆ ਖਰਚਣ ਨੂੰ ਤਿਆਰ ਹੈ ਬੀਜੇਪੀ, ਤੇ ਉਹਨੂੰ ਨੰਗਿਆ ਕਰਨ, ਸੜਕਾਂ 'ਤੇ ਆਉਣ। ਤੇ ਹੁਣ ਤੇ ਵੀ ਖਬਰਾਂ ਆ ਰਹੀਆਂ ਕਿ ਤੁਸੀਂ ਭੇਜੀ 9-10 ਵਿਧਾਇਕ ਮੀਟਿੰਗ 'ਚ ਵੀ ਨਹੀਂ ਪਹੁੰਚੇ। ਕੀ ਕਿਤੇ ਸੱਚਮੁੱਚ ਹੀ ਤਾਂ ਨਹੀਂ ਇਸ ਤਰ੍ਹਾਂ ਦੀ ਗੱਲ ਚੱਲ ਰਹੀ? ਦੇਖੋ, ਜਿਸ ਤਰ੍ਹਾਂ ਦੇ ਹਾਲਾਤ ਨੇ ਲਗਭਗ ਪਿਛਲੇ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ, ਜਦੋਂ ਤੋਂ ਇਹ ਸਰਕਾਰ ਸੱਤਾ 'ਚ ਆਈ ਹੈ ਨਰਿੰਦਰ ਮੋਦੀ ਹੋਰਾਂ ਦੀ, ਉਸ ਤੋਂ ਬਾਅਦ ਜਿਹੜੀ ਇਸ ਤਰ੍ਹਾਂ ਦੀ ਜੋੜ ਤੋੜ ਦੀ ਜਿਹੜੀ ਸਿਆਸਤ ਹੈ ਉਹ ਜ਼ਿਆਦਾ ਤੇਜ਼ ਹੋ ਗਈ। ਇਹ ਨਹੀਂ ਕਿ ਪਹਿਲਾਂ ਕਦੀ ਏਦਾਂ ਨਹੀਂ ਸੁਣਦਾ, ਪਾਰਟੀਆਂ ਟੁੱਟਦੀਆਂ ਸੀ, ਵਿਧਾਇਕ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਸੀ, ਪਰ ਹੁਣ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਸਾਰੀਆਂ ਚੀਜ਼ਾਂ ਵਾਪਰਨ ਲੱਗ ਪਈਆਂ। ਤੇ ਲਾਜ਼ਮੀ ਆ ਵੀ ਉਹਦੇ ਤੇ ਫਿਰ ਇਸ ਢੰਗ ਦੇ ਨਾਲ, ਜਿਸ ਢੰਗ ਦੇ ਨਾਲ ਸਾਰਾ ਕੁਝ ਵਾਪਰ ਰਿਹਾ, ਵੀ ਕੁਝ ਇਹਦਾ ਕੋਈ ਨਾ ਕੋਈ ਪਾਰ ਉਤਾਰਾ ਤਾਂ ਕਰਨ ਦੀ ਜ਼ਰੂਰਤ ਹੈਗੀ ਹੈ। ਮਾਨਯੋਗ ਅਦਾਲਤਾਂ ਜਿਹੜੀਆਂ ਆ ਉਹਨਾਂ ਨੂੰ ਜ਼ਰੂਰ ਇਹਦੇ 'ਚ ਦਖਲ ਦੇਣਾ ਚਾਹੀਦਾ। ਜਿੱਦਾਂ ਉੱਥੇ ਮਹਾਰਾਸ਼ਟਰ ਵਾਲਾ ਜਿਹੜਾ ਮਾਮਲਾ ਉਹ ਭਾਵੇਂ ਹੁਣ ਅਦਾਲਤ ਦੇ ਵਿੱਚ ਹੈਗਾ, ਕਿਉਂਕਿ ਉੱਥੇ ਵੀ ਇਹ ਕੁਝ ਵਾਪਰਿਆ। ਉਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਵੀ, ਗੋਆ ਦੇ ਵਿੱਚ ਵੀ ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਵੀ ਭਾਰਤੀ ਜਨਤਾ ਪਾਰਟੀ ਨੇ ਭੰਨ ਤੋੜ ਦੀ ਸਿਆਸਤ ਕੀਤੀ ਹੈ। ਇਹ ਗੱਲ ਕੋਈ ਲੁਕਵੀਂ ਨਹੀਂ ਹੈ। ਹੁਣ ਜੇ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ, ਜਾਂ ਉਸ ਤੋਂ ਪਹਿਲਾਂ ਜਿੱਦਣ ਤੋਂ ਇਹ ਗੱਲ ਸ਼ੁਰੂ ਹੋਈ ਆ ਮਨੀਸ਼ ਸਿਸੋਦੀਆ ਦੇ ਉੱਤੇ ਜਿਹੜੇ ਛਾਪੇ ਪਏ, ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਜਿਹੜੀ ਗੱਲ ਕਹੀ ਵੀ ਮੈਨੂੰ ਆਫਰ ਕੀਤਾ ਗਿਆ ਵੀ ਤੁਹਾਨੂੰ CM ਵੀ ਬਣਾ ਦਿੱਤਾ ਜਾਏਗਾ ਤੇ ਤੁਸੀਂ ਆ ਜਾਓ ਤੇ ਤੁਹਾਡੇ ਤੇ CBI ਤੇ ਬਾਕੀ ਜਿਹੜੀਆਂ ਏਜੰਸੀਆਂ ਦੇ ਜਿਹੜੇ ਰੇਡ ਪੈ ਰਹੀਆਂ ਇਹ ਵੀ ਬੰਦ ਹੋ ਜਾਣਗੀਆਂ। ਤੇ ਉਸ ਤੋਂ ਬਾਅਦ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਸਾਡੇ 4 MLA ਜਿਹੜੇ ਆ ਉਹਨਾਂ ਨੂੰ 20 ਕਰੋੜ ਦੀ ਆਫਰ ਹੋਈ ਹੈ। ਤੇ ਫਿਰ ਮੀਟਿੰਗ ਜਦੋਂ ਕਾਲ ਕੀਤੀ ਅਰਵਿੰਦ ਕੇਜਰੀਵਾਲ ਨੇ ਤਾਂ ਉਹਦੇ 'ਚ 9 ਵਿਧਾਇਕ ਪਹੁੰਚੇ ਹੀ ਨਹੀਂ। 9 ਦੇ ਵਿੱਚੋਂ ਇੱਕ ਵਾਰੀ ਤਾਂ ਸਪਸ਼ਟੀਕਰਨ ਆ ਗਿਆ ਕਿ ਮਨੀਸ਼ ਸਿਸੋਦੀਆ ਵੀ ਮੀਟਿੰਗ 'ਚ ਹਾਜ਼ਰ ਨਹੀਂ ਸੀ, ਤਾਂ ਉਹਦੇ ਬਾਰੇ ਕਿਹਾ ਗਿਆ ਕਿ ਉਹ ਤਾਂ ਹਿਮਾਚਲ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਹੋਈ ਹੈ, ਹਿਮਾਚਲ ਗਏ ਹੋਏ ਨੇ। ਬਾਕੀ ਜਿਹੜੇ 8 ਹੈ ਉਹਨਾਂ ਨਾਲ ਕਿਸੇ ਕਿਸਮ ਦਾ ਵੀ ਤਾਲਮੇਲ ਨਹੀਂ ਹੋ ਰਿਹਾ। ਭਾਵੇਂ ਉਹਨਾਂ ਦੇ ਕੁਝ ਵਿਧਾਇਕਾਂ ਨੇ ਜਾਂ ਜਿਹੜੇ ਸਪੋਕਸਪਰਸਨ ਹੈ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੂੰ ਕੋਈ ਖਤਰਾ ਨਹੀਂ, ਪਰ ਨਾਲ ਇਹ ਸ਼ੰਕਾ ਪ੍ਰਗਟ ਜ਼ਰੂਰ ਕੀਤਾ ਕਿ ਸਰਕਾਰ ਨੂੰ ਤੋੜਨ ਦੀ ਕੋਸ਼ਿਸ਼ ਹੋ ਰਹੀ ਹੈ। ਤੇ ਜਿਸ ਮੀਟਿੰਗ ਦੇ ਵਿੱਚ ਇਹ 9 MLA ਆਏ ਨਹੀਂ, ਉਸ ਮੀਟਿੰਗ ਤੋਂ ਤੁਰੰਤ ਬਾਅਦ ਰਾਜਘਾਟ ਗਏ ਅਰਵਿੰਦ ਕੇਜਰੀਵਾਲ ਤੇ ਉੱਥੇ ਇਹ ਗੱਲਾਂ ਕਹੀਆਂ ਜਿਹੜੀਆਂ ਗੱਲਾਂ ਤੁਸੀਂ ਜ਼ਿਕਰ ਕੀਤਾ ਵੀ 800 ਕਰੋੜ ਰੁਪਇਆ ਲੈ ਕੇ ਆਪਰੇਸ਼ਨ ਨੋਟਸ ਜਿਹੜਾ ਆ ਉਹ ਦਿੱਲੀ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇਹ ਵੀ ਮੈਂ ਸਮਝਦਾ ਕਿ ਇਹ ਤਾਂ ਮਤਲਬ ਕਿਸੇ ਗੱਲ ਦਾ ਕੋਈ ਇਹਦੇ 'ਚ
ਕੋਈ ਓਲਾ ਨਹੀਂ ਹੈ। ਅਸੀਂ ਇਹ ਤਾਂ ਨਹੀਂ ਕਹਿ ਰਹੇ ਵੀ ਹਾਂ ਵੀ ਜੋ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਉਹ ਠੀਕ ਹੈ, ਪਰ ਇਹ ਗੱਲ ਵੀ ਕਿਸੇ ਤੋਂ ਲੁਕ ਛਿਪੀ ਨਹੀਂ ਹੈ ਕਿ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਆ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ। ਜਿੱਥੇ ਕਿਤੇ ਉਹਨੂੰ ਮੌਕਾ ਲੱਗਦਾ ਉੱਥੇ ਸੰਨ ਲਾਉਂਦੀ ਹੈ ਤੇ ਵਿਧਾਇਕਾਂ ਨੂੰ ਤੋੜ ਕੇ, ਪਾਰਟੀਆਂ ਤੋੜ ਕੇ, ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਆਪਣੀ ਸਰਕਾਰ ਬਣਾਉਣ 'ਚ ਸਫਲ ਹੋ ਜਾਂਦੀ ਹੈ। ਪਿਛਲੇ ਸਮੇਂ 'ਚ ਉਹਨਾਂ ਨੇ 5 ਥਾਵਾਂ ਤੇ ਏਦਾਂ ਦੀ ਕੋਸ਼ਿਸ਼ ਕੀਤੀ, 3 'ਚ ਕਾਮਯਾਬ ਹੋਏ, 2 'ਚ ਉਹ ਫੇਲ ਹੋ ਗਏ, ਰਾਜਸਥਾਨ 'ਚ ਫੇਲ ਹੋ ਗਏ। ਹੁਣ ਉਹ ਇਹਦੇ 'ਚ ਬਿਹਾਰ ਦੇ ਵਿੱਚ ਵੀ ਉਹਨਾਂ ਦੀ ਕੋਸ਼ਿਸ਼ ਸੀਗੀ, ਜਿਹਨੂੰ ਭਾਂਪ ਲਿਆ ਪਹਿਲਾਂ ਹੀ ਨਿਤੀਸ਼ ਕੁਮਾਰ ਨੇ। ਜਨਤਾ ਦਲ ਯੂਨਾਈਟਿਡ ਨੂੰ ਇਸੇ ਢੰਗ ਨਾਲ ਤੋੜਨ ਦੀ ਕੋਸ਼ਿਸ਼ ਸੀ ਜਿਸ ਢੰਗ ਦੇ ਨਾਲ ਸ਼ਿਵ ਸੈਨਾ ਨੂੰ ਤੋੜਿਆ। ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਅਸਲ ਦੇ ਵਿੱਚ ਇਹ ਹੈ ਤਾਂ ਸਹੀ, ਸਾਰਾ ਕੁਝ ਚਿੱਟੇ ਦਿਨ ਵਾਂਗ ਸਾਫ਼ ਹੈ, ਪਰ ਇਹ ਹੈ ਵੀ ਅਰਵਿੰਦ ਕੇਜਰੀਵਾਲ ਜੀ ਦਾ ਤੁਸੀਂ ਜ਼ਿਕਰ ਕੀਤਾ ਕਿ ਰਾਜਘਾਟ ਤੇ ਜਾ ਕੇ ਜਾਂ ਕਿਤੇ ਪੂਜਾ ਸਥਾਨਾਂ ਤੇ ਜਾ ਕੇ ਜਾਂ ਰਾਜਘਾਟ ਨੂੰ ਵੀ ਮੰਦਿਰ ਦੀ ਕਿਸਮ ਦਾ ਦਰਜਾ ਦੇ ਕੇ, ਮਹਾਤਮਾ ਗਾਂਧੀ ਨੂੰ ਵੀ ਪ੍ਰਮਾਤਮਾ ਦਾ ਦਰਜਾ ਦੇ ਕੇ ਸਰਦਾ ਨਹੀਂ ਹੈ। ਲੜਾਈ ਜਿਹੜੀ ਆ ਦੋਵਾਂ ਪੱਧਰਾਂ ਤੇ ਲੜਨ ਦੀ ਜ਼ਰੂਰਤ ਹੈ। ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨਾਲ ਇਹ ਕੁਝ, ਨੰਬਰ 1 ਤਾਂ ਆਪਣੇ ਜਿਹੜੇ ਵਿਧਾਇਕ ਹੈ ਜਾਂ ਜਿਹੜੀ ਉਹਨਾਂ ਦੀ ਪਾਰਟੀ ਦੇ ਲੋਕ ਹੈ, ਉਹਨਾਂ 'ਚ ਇਸ ਤਰ੍ਹਾਂ ਦੀ ਭਾਵਨਾ ਹੀ ਜ਼ਰੂਰ ਪੈਦਾ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਇਸ ਧਿਰ 'ਚੋਂ ਤਾਂ ਫਿਰ ਲਾਜ਼ਮੀ ਹੈ ਕਿ ਇੱਧਰ ਤੋਂ ਉੱਧਰ ਨਾ ਹੋਇਆ ਜਾਏ। ਉਹਦੇ ਵਾਸਤੇ ਵਿਚਾਰਧਾਰਕ ਪਕਿਆਈ ਜਿਹੜੀ ਆ ਉਹ ਬੜੀ ਇੰਪੋਰਟੈਂਟ ਹੁੰਦੀ ਹੈ, ਤੇ ਵਿਚਾਰਧਾਰਾ ਤੋਂ ਪਾਸੇ ਹੈ ਇਹ ਪਾਰਟੀ ਵੀ। ਮਤਲਬ ਕਿਸੇ ਕਿਸਮ ਦੀ ਕੋਈ ਸਕੂਲਿੰਗ ਤਾਂ ਹੈ ਨਹੀਂ, ਬਸ ਇੱਕ ਬਹਾ ਦੇ ਵਿੱਚ ਇੱਕ ਕਹਿ ਲਓ ਵੀ ਇੱਕ ਅੰਦੋਲਨ ਤੋਂ ਬਾਅਦ ਇਸ ਤਰ੍ਹਾਂ ਦਾ ਇੱਕ ਬਹਾ ਜਿਹਾ ਬਣਿਆ ਜਿਹਦੇ 'ਚ ਆ ਕੇ ਬਹੁਤ ਸਾਰੇ ਇੱਧਰੋਂ ਉੱਧਰੋਂ ਲੋਕ ਆ ਕੇ ਇਸ ਪਾਰਟੀ ਸ਼ਾਮਲ ਹੋਏ ਤੇ ਸਫਲਤਾ ਮਿਲ ਗਈ। ਕਿਸੇ ਕਿਸਮ ਦੀ ਵਿਚਾਰਧਾਰਕ ਕੋਈ ਪਕਿਆਈ ਵਾਲੀ ਗੱਲ ਇੱਥੇ ਨਹੀਂ ਹੈ। ਇਸ ਕਰਕੇ ਡਰ ਬਣਿਆ ਰਹਿੰਦਾ ਕਿ ਕਦੋਂ ਕਿਹਨੇ ਕਿੱਧਰ ਚਲੇ ਜਾਣਾ, ਤੇ ਇਹ ਡਰ ਤਾਂ ਹੈ। ਦੂਜਾ ਗੱਲ ਹੈ ਵੀ ਤੁਹਾਨੂੰ ਇਹ ਲੜਾਈ 2 ਪੱਧਰਾਂ ਤੇ ਲੜਨੀ ਪੈਣੀ ਹੈ, ਇੱਕ ਜਨਤਕ ਪੱਧਰ ਤੇ ਦੂਜੀ ਕਾਨੂੰਨੀ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਵੀ ਅਦਾਲਤਾਂ ਤੱਕ ਪਹੁੰਚ ਕੀਤੀ ਜਾਏ ਕਿ ਕਿਵੇਂ ਇਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ, ਜਿਹੜੀ ਲੈ ਦੇ ਦੀ ਸਿਆਸਤ ਹੈ, ਮਨੀ ਪਾਵਰ ਜਿਹੜੀ ਹੈ ਸੱਤਾ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹਦੀ ਵਰਤੋਂ ਕਰ ਰਹੇ ਆ, ਤੇ ਕੇਂਦਰੀ ਏਜੰਸੀਆਂ ਦਾ ਵੀ ਮਿਸਯੂਜ਼ ਜਿਹੜਾ ਹੋ ਰਿਹਾ ਹੈ। ਹਰ ਪਾਸੋਂ ਇੱਕ ਦਬਾਅ ਬਣ ਰਿਹਾ ਹੈ, ਇਹਦੇ ਖਿਲਾਫ ਫਿਰ ਦੋਵਾਂ ਪੱਧਰਾਂ ਦੇ ਉੱਤੇ ਲੜਨ ਦੀ ਜ਼ਰੂਰਤ ਹੈ ਜੀ। ਦਸਾਂਝ ਸਾਹਿਬ, ਜਿਹੜਾ ਇਹ ਐਪੀਸੋਡ ਚੱਲ ਰਿਹਾ ਜਿਹਦੀ ਆਪਾਂ ਗੱਲ ਵੀ ਕਰ ਰਹੇ ਹਾਂ, ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਵਿਚਾਰਨ ਵਾਲੀਆਂ ਨੇ। ਪਹਿਲੀ ਗੱਲ ਤੇ ਆ ਕਿ ਭਾਰਤ ਵਿੱਚ ਐਂਟੀ ਡਿਫੈਕਸ਼ਨ ਲਾ ਜਦੋਂ ਬਣਿਆ ਉਦੋਂ ਲੋਕਾਂ ਨੇ ਲੱਗਿਆ ਕਿ ਹੁਣ ਇਹ ਗੱਲ ਜਿਹੜੀ ਆ ਇਹ ਆਮ ਵਰਤਾਰਾ ਨਹੀਂ ਹੋਏਗਾ। ਪਰ ਜਿਹੜੇ ਸਿਆਸਤਦਾਨ ਨੇ, ਖਾਸ ਕਰਕੇ ਪੋਲੀਟੀਕਲ ਪਾਰਟੀਆਂ, ਅੱਜ ਕੱਲ੍ਹ ਪੋਲੀਟੀਕਲ ਪਾਰਟੀਆਂ ਕੋਲ ਬਹੁਤ ਸਾਰਾ ਪੈਸਾ ਆ ਗਿਆ, ਉਹਨਾਂ ਨੇ ਦੂਜੇ ਰਾਹ ਕੱਢ ਲਏ ਨੇ। ਤੇ ਜਦੋਂ ਕਿਸੇ ਨੂੰ ਅਪਰੋਚ ਕਰਦੇ ਨੇ, ਜਿੱਦਾਂ ਮਸੀਹ ਸ਼ੋਧਿਆਰੀ ਕਹਿ ਰਹੇ ਨੇ ਕਿ ਮੈਨੂੰ ਮੈਸੇਜ ਆਉਂਦੇ ਨੇ, ਮੈਸੇਜ ਕਰਨ ਵਾਲੇ ਕੌਣ ਵਿਅਕਤੀ ਹੁੰਦੇ ਨੇ? ਕੀ ਉਹ ਥਰਡੇ ਲੈਵਲ ਦੇ ਕੁਝ ਐਸੇ ਵਿਅਕਤੀ ਹੁੰਦੇ ਜਾਂ ਅਨਨੋਨ ਹੁੰਦੇ ਨੇ? ਜੇ ਕੋਈ ਇਸ ਤਰ੍ਹਾਂ ਦੇ ਮੈਸੇਜ ਆਉਂਦੇ ਆ, ਉਹਨਾਂ ਨੂੰ ਕੋਈ ਜ਼ਿੰਮੇਵਾਰ ਵਿਅਕਤੀ ਕਰਦੇ ਨੇ, ਤੇ ਕੀ ਉਹ ਪ੍ਰੂਫ ਦੇ ਤੌਰ ਤੇ ਪੇਸ਼ ਨਹੀਂ ਕੀਤੇ ਜਾ ਸਕਦੇ, ਜਾਂ ਕੋਰਟਾਂ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਐਵੀਡੈਂਸ ਨਹੀਂ ਮੰਨਿਆ ਜਾਂਦਾ? ਇੱਕ ਤੇ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ ਕਿ ਸਵਾਏ ਇਹ ਵੀ ਸਿਆਸਤ ਹੀ ਲੱਗਦੀ ਆ ਕਿ ਕਹਿ ਦੇਣਾ ਕਿ ਸਾਡੇ ਬੰਦੇ ਤੋੜ ਰਹੇ ਜੀ, ਕਰ ਰਹੇ। ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ, ਤੁਸੀਂ ਵੀ ਇੱਕ ਦਿਨ ਗੱਲ ਕੀਤੀ ਸੀ ਇਹ ਕਿ ਜੇ ਤੁਹਾਡੇ ਕੋਲ ਕੋਈ ਸਬੂਤ ਨੇ ਤੇ ਤੁਸੀਂ ਉਹਨਾਂ ਨੂੰ ਲੈ ਕੇ ਜਨਤਾ ਵਿੱਚ ਵੀ ਜਾਓ ਤੇ ਉਹਨਾਂ ਨੂੰ, ਕਿਉਂਕਿ ਪ੍ਰਚਾਰ ਕਰਨ 'ਚ ਤੇ ਕੇਜਰੀਵਾਲ ਤੇ ਉਹਨਾਂ ਦੀ ਟੀਮ ਵੀ ਬੜੀ ਮਾਰ ਆ, ਫਟਾਫਟ ਪੋਸਟਰ ਛਾਪ ਦਿੰਦੇ ਆ ਕਿ ਅਸੀਂ ਪੰਜਾਬ 'ਚੋਂ ਨਸ਼ਾ ਵੀ ਖਤਮ ਕਰਤਾ, ਪੰਜਾਬ 'ਚੋਂ ਕਰਪਸ਼ਨ ਵੀ ਖਤਮ ਕਰਤੀ। ਤੇ ਵਿਅਕਤੀ ਤੇ ਇਮਾਨਦਾਰ ਹੁੰਦੇ ਆ, ਪਰ ਕੱਟੜ ਇਮਾਨਦਾਰ ਵਿਅਕਤੀ ਕਿਹੜੇ ਹੁੰਦੇ ਆ? ਉਹ ਪਹਿਲੀ ਵਾਰ ਅਸੀਂ ਸੁਣਿਆ ਕੇਜਰੀਵਾਲ ਰਾਂ ਕੋਲ ਕਿ ਇਮਾਨਦਾਰੀ ਦੀਆਂ ਵੀ ਗਾਂ ਕੁਝ ਲੈਵਲ ਨੇ, ਕੁਝ ਕੱਟੜ ਹੁੰਦੇ ਆ, ਕੁਝ ਸਧਾਰਨ ਹੁੰਦੇ ਆ, ਤੇ ਕੁਝ ਲੋਅ ਲੈਵਲ ਦੇ ਇਮਾਨਦਾਰ ਹੁੰਦੇ ਆ। ਤੇ ਉਹ ਕਹਿੰਦੇ ਆ ਕਿ ਮੇਰੀ ਪਾਰਟੀ ਦੇ ਸਾਰੇ ਵਿਧਾਇਕ ਕੱਟੜ ਇਮਾਨਦਾਰ ਆ, ਤੇ ਉਹ ਕੱਟੜ ਇਮਾਨਦਾਰਾਂ ਨੂੰ ਫਿਰ ਡਰਨ ਦੀ ਲੋੜ ਨਹੀਂ। ਤੇ ਤੀਜੀ ਗੱਲ ਜਿਹੜੀ ਮੈਨੂੰ ਬਾਰ-ਬਾਰ ਖੜਕਦੀ ਰਹਿੰਦੀ ਆ ਕਿ ਆਉਣ ਵਾਲੇ ਸਮੇਂ 'ਚ ਸੁਪਨਾ ਪਾਲ ਰਹੇ ਆ ਉਹ ਭਾਰਤ ਦੀ ਵਾਗਡੋਰ ਸੰਭਾਲਣ ਦਾ, ਤੇ ਐਡੇ ਕਮਜ਼ੋਰ ਵਿਅਕਤੀ ਨੂੰ ਭਾਰਤ ਦੀ ਵਾਗਡੋਰ ਕਿੱਦਾਂ ਸੰਭਾਲਤੀ ਜਾਵੇ, ਜਿਹੜਾ ਬੰਦਾ ਖੜ ਨਹੀਂ ਸਕਦਾ, ਅੜ ਨਹੀਂ ਸਕਦਾ ਅੱਗੋਂ। ਇੱਕ ਦਿਨ ਬਿਆਨ ਆਉਂਦਾ, ਅਗਲੇ ਦਿਨ ਬਦਲ ਜਾਂਦਾ। ਜੇ ਕਿਸੇ ਦੇ ਖਿਲਾਫ ਕੋਈ ਇਲਜ਼ਾਮ ਲਾਉਂਦਾ ਹੈ ਤੇ ਮੁੜ ਕੇ ਦੜ ਵੱਟ ਜਾਂਦਾ ਹੈ। ਇਹੋ ਜਿਹੇ ਵਿਅਕਤੀ, ਮੈਂ ਨਾ ਇਸ ਗੱਲੋਂ ਤੇ ਫਿਰ ਮੋਦੀ ਤਕੜਾ, ਝੂਠ ਵੀ ਬੋਲੀ ਜਾਂਦੇ ਆ, ਸ਼ਰੇਆਮ ਬੋਲੀ ਜਾਂਦੇ ਆ, ਤੇ ਡਟ ਕੇ ਛਾਤੀ ਚੌੜੀ ਕਰਕੇ ਬੋਲੀ ਜਾਂਦੇ ਆ, ਕੋਈ ਰੋਕਣ ਵਾਲਾ ਹੀ ਨਹੀਂ। ਤੇ ਇਹ ਜੇ ਸੱਚਾਈ ਤੇ ਵੀ ਖੜੇ ਆ, ਕੱਟੜ ਇਮਾਨਦਾਰ ਆ, ਤੇ ਫਿਰ ਇੰਨੇ ਡਰਾਕਲ ਕਿਉਂ ਆ? ਕਿਉਂ ਨਹੀਂ ਖੁੱਲ੍ਹ ਕੇ ਸਾਹਮਣੇ ਆਉਂਦੇ?
ਕਿਉਂ ਨਹੀਂ ਪਰ ਅਦਾਲਤ 'ਚ ਜਾਂਦੇ, ਕਿਉਂ ਨਹੀਂ ਸੜਕਾਂ 'ਤੇ ਨਿੱਤਰਦੇ। ਇਦਾਂ ਕਰ ਕਰਕੇ ਇਹਨਾਂ ਨੇ ਸਾਰੀ ਆਪਣੀ ਦਿੱਲੀ ਦੀ ਪਾਵਰ ਜਿਹੜੀ ਰਹਿੰਦੀ ਖੁੰਦੀ ਉਹ ਵੀ ਗਵਾ ਲਈ। ਹੁਣ ਤੇ ਮਿਊਨਿਸਪੈਲਿਟੀ ਦਾ ਦਰਜਾ ਵੀ ਨਹੀਂ ਰਿਹਾ ਦਿੱਲੀ ਸਰਕਾਰ ਕੋਲ। ਤੇ ਇਸੇ ਤਰ੍ਹਾਂ ਹੀ ਪੰਜਾਬ 'ਚ ਨਾ ਕਿਤੇ ਹੋ ਜੇ। ਜਿਸ ਤਰੀਕੇ ਨਾਲ ਇਹ ਸਰਕਾਰ ਚਲਾ ਰਹੇ ਆ, ਕਮਜ਼ੋਰੀ ਇੱਕ ਤੋਂ ਬਾਅਦ ਇੱਕ ਉਹਨਾਂ ਦੀ ਸਾਹਮਣੇ ਆ ਰਹੀ ਆ। ਇੱਕ ਦਿਨ ਇਲਜ਼ਾਮ ਲਾਉਂਦੇ ਆ ਕਿ ਬੰਦਾ ਡਰੱਗ ਵੇਚਦਾ, ਦੂਜੇ ਦਿਨ ਮਾਫੀ ਮੰਗ ਕੇ ਪਾਸੇ ਹਟ ਜਾਂਦੇ ਆ। ਤੇ ਬਹਾਨਾ ਵੇਖੋ ਜੀ, ਸਾਡੇ ਕੋਲ ਸਮਾਂ ਨਹੀਂ ਆ ਅਦਾਲਤਾਂ 'ਚ ਖੱਜਲ ਖੁਆਰੀ ਦਾ। ਜੇ ਖੱਜਲ ਖੁਆਰੀ ਨਹੀਂ ਸਹਿ ਸਕਦੇ ਤੇ ਫਿਰ ਸਿਆਸਤ ਛੱਡ ਦਿਓ। ਕਿਉਂ ਕਰ ਰਹੇ ਹੋ? ਲੋਕਾਂ ਨੂੰ ਕਿਉਂ ਬੁੱਧੂ ਬਣਾ ਰਹੇ ਹੋ? ਕਿਉਂ ਸੁਪਨੇ ਦਿਖਾ ਰਹੇ ਹੋ? ਇਹ ਸਾਰੀਆਂ ਗੱਲਾਂ ਵੀ ਵਿਚਾਰ ਕਰਨ ਵਾਲੀਆਂ ਨੇ। ਦੇਖੋ, ਭਾਰਤ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਜਿਹਦੇ ਕੋਲ ਜਿੰਨੀ ਤਾਕਤ ਹੈ ਉਹਦੇ ਮੁਤਾਬਕ ਉਹਦਾ ਵਰਤਾਓ ਹੈ ਜਾਂ ਜਿਹੜਾ ਵਿਹਾਰ ਹੈ। ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈ, ਪਰ ਮਸ਼ਕਾਂ ਜਿਹੜੀਆਂ ਆ ਬੁਰੀ ਤਰ੍ਹਾਂ ਬੰਨੀਆਂ ਹੋਈਆਂ, ਕਰਨ ਜੋਗੇ ਕੁਝ ਨਹੀਂ ਹੈ। ਫਿਰ ਇਹੀ ਹੈ ਕਿ ਤੁਸੀਂ ਸੁਰਖੀਆਂ ਦੇ ਵਿੱਚ ਬਣੇ ਰਹਿਣਾ ਤੇ ਫਿਰ ਪਾਪੂਲਿਸਟਿਕ ਪੋਲਿਟਿਕਸ ਜਿਹੜੀ ਕਰਨੀ ਹੈ ਉਹ ਕਰਦੇ ਆ ਤੇ ਉਹ ਕਰ ਰਹੇ ਹੈ। ਹਾਂ, ਇਹ ਜ਼ਰੂਰ ਹੈ ਕਿ ਲੜਾਈ ਦੇ ਜਿਹੜੇ ਤਰੀਕੇ ਕੀ ਹੋਣ ਇਹਦੇ ਤੇ ਜ਼ਰੂਰ ਉਹਨਾਂ ਨੂੰ ਮੰਥਨ ਕਰਨ ਦੀ ਜ਼ਰੂਰਤ ਹੈ ਕਿ ਜੇ ਦਿੱਲੀ ਦੇ ਵਿੱਚ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਕੋਈ ਤਾਕਤ ਹੀ ਨਹੀਂ ਛੱਡੀ ਤੇ ਫਿਰ ਲੜਾਈ ਦਾ ਤਰੀਕਾ ਤਾਂ ਇਹੀ ਹੈ ਕਿ ਕਾਨੂੰਨਨ ਤੇ ਜਨਤਕ ਤੌਰ ਦੇ ਉੱਤੇ ਤੁਸੀਂ ਆਪਣਾ ਕਾਡਰ ਜਿਹੜਾ ਆ ਉਹਨੂੰ ਤਿਆਰ ਕਰੋ। ਉਹਨਾਂ 'ਚ ਕਿਤੇ ਨਾ ਕਿਤੇ ਪਰ ਪ੍ਰੋਬਲਮ ਇੱਥੇ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਜਥੇਬੰਦਕ ਢਾਂਚਾ ਨਹੀਂ ਹੈ। ਜਿੱਦਾਂ ਮੈਂ ਅੱਗੇ ਵੀ ਕਹਿੰਦਾ, ਸਿਰਫ ਤੇ ਸਿਰਫ ਇੱਕ ਪਾਪੂਲਿਸਟ ਪੋਲਿਟਿਕਸ ਹੈ ਕਿ ਸੁਰਖੀਆਂ 'ਚ ਬਣੇ ਰਹੋ ਤੇ ਟਵੀਟ ਕਰ ਦੋ ਤੇ ਪ੍ਰੈਸ ਕਾਨਫਰੰਸਾਂ ਕਰ ਲਓ ਤੇ ਥੋੜੇ ਬਹੁਤ ਕੋਈ ਏਦਾਂ ਦੀ ਐਕਟੀਵਿਟੀਜ਼ ਕਰ ਦੋ ਜਿਹੜਾ ਮੀਡੀਆ ਦੇ ਵਿੱਚ ਮੀਡੀਆ ਨੂੰ ਜਿਹੜੀ ਜ਼ਰੂਰਤ ਹੁੰਦੀ ਹੈ ਵੀ ਉਹਦੇ ਮੁਤਾਬਕ ਮੀਡੀਆ ਜਿਹੜਾ ਉਹਨੂੰ ਲਗਾਤਾਰ ਪ੍ਰਚਾਰਦਾ ਰਵੇ ਤੇ ਫਿਰ ਤੁਹਾਡੀ ਜਿਹੜੀ ਗੱਲ ਜਾਂਦੀ ਰਵੇ। ਲੋੜ ਇਸ ਗੱਲ ਦੀ ਹੈ ਕਿ ਤੁਸੀਂ ਆਪਣਾ ਜਿਹੜਾ ਜਥੇਬੰਦਕ ਢਾਂਚਾ ਜਿਹੜਾ ਇਸ ਤਰੀਕੇ ਦਾ ਮਜ਼ਬੂਤ ਤੁਹਾਡਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਇੱਕ ਕਾਲ ਦੇ ਉੱਤੇ ਮਤਲਬ ਲੋਕ ਜਿਹੜੇ ਆ ਤੁਹਾਡੇ ਨਾਲ ਸੜਕਾਂ ਤੇ ਆ ਜਾਣ ਤੇ ਉਹ ਤਾਕਤ ਦਿਖਾਈ ਦੇਣੀ ਚਾਹੀਦੀ ਹੈ। ਜਿਹੜੀ ਦਿਖਾਈ ਨਹੀਂ ਦਿੰਦੀ, ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਦੇ ਦੌਰ ਨੇ ਉਹ ਚੀਜ਼ਾਂ ਜਿਹੜੀਆਂ ਖਤਮ ਕਰ ਦਿੱਤੀਆਂ, ਕਿਉਂਕਿ ਸੌਖਾ ਜਿਹਾ ਢੰਗ ਹੈ ਵੀ ਇੱਕ ਟਵੀਟ ਕਰੋ ਤੇ ਸਾਰਿਆਂ ਨੂੰ ਟੈਗ ਕਰ ਦੋ ਤੇ ਸਾਰੇ ਮੀਡੀਆ ਪਰਸਨਸ ਨੂੰ ਵੀ, ਤੇ ਉਹ ਮੀਡੀਆ ਜਿਹੜਾ ਉਹਨੂੰ ਫਿਰ ਚਲਾਈ ਜਾਂਦਾ ਤੇ ਉਹ ਮੀਡੀਆ ਤੁਹਾਡੀ ਗੱਲ ਜਾਂਦੀ ਰਹਿੰਦੀ ਹੈ। ਪਰ ਲੋਕ ਜਿਹੜੇ ਆ ਉਹ ਥੱਲੋਂ ਜਥੇਬੰਦ ਨਹੀਂ ਹੁੰਦੇ ਤੇ ਜੇ ਇਸ ਤਰ੍ਹਾਂ ਦਾ ਇੱਕ ਵਿਰੋਧ ਹੋਣਾ ਚਾਹੀਦਾ ਉਹ ਵਿਰੋਧ ਉਸ ਰੂਪ 'ਚ ਨਹੀਂ ਹੁੰਦਾ। ਦੂਜੀ ਗੱਲ ਇਹ ਆ ਜਿਹੜੀ ਤੁਸੀਂ ਵੀ ਉਭਾਰ ਰਹੇ ਹੋ ਤੇ ਮੈਂ ਵੀ ਬਾਰ-ਬਾਰ ਇਹ ਗੱਲ ਕਹਿਣਾ ਵੀ ਜੇ ਹੈ ਤੁਹਾਡੇ ਨਾਲ ਕੁਝ ਇਸ ਤਰ੍ਹਾਂ ਦਾ ਸਲੂਕ ਹੋ ਰਿਹਾ ਹੈ, ਤੁਹਾਨੂੰ ਟੈਲੀਫੋਨ ਆ ਰਹੇ ਨੇ, ਤੁਹਾਡੇ ਤੱਕ ਸੁਨੇਹੇ ਪਹੁੰਚ ਰਹੇ ਨੇ, ਤੁਹਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰੈਸ ਕਾਨਫਰੰਸ ਦੇ ਵਿੱਚ ਸੋਮਨਾਥ ਭਾਰਤੀ ਵੀ ਬੈਠੇ ਸੀ ਕੱਲ ਜਿਹੜੀ ਕੀਤੀ ਗਈ, ਜਿਹਦੇ 'ਚ ਉਹਨਾਂ ਨੇ ਇਹ ਦੋਸ਼ ਲਾਇਆ ਕਿ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਜਿਹੜੇ 4 ਵਿਧਾਇਕਾਂ ਦਾ ਜ਼ਿਕਰ ਕੀਤਾ ਸੀ ਉਹਦੇ 'ਚ ਸੋਮਨਾਥ ਭਾਰਤੀ ਵੀ ਦੱਸੇ ਗਏ ਵੀ ਮੇਰੇ ਤੱਕ ਵੀ ਅਪਰੋਚ ਕੀਤੀ ਗਈ ਹੈ। ਵੀ ਜੇ ਤੁਹਾਡੇ ਤੱਕ ਅਪਰੋਚ ਕੀਤੀ ਹੈ, ਕਿਹਨੇ ਕੀਤੀ ਹੈ, ਕਿਵੇਂ ਕੀਤੀ ਹੈ, ਉਹਦਾ ਖੁਲਾਸਾ ਪੂਰਾ ਕੀਤਾ ਜਾਣਾ ਚਾਹੀਦਾ ਹੈ। ਅਸੀਂ ਪਹਿਲਾਂ ਵੀ ਕਿਹਾ ਸੀ ਵੀ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਸੀ ਵੀ ਮੈਨੂੰ ਵੀ ਅਪਰੋਚ ਕੀਤਾ ਗਿਆ ਜਦੋਂ ਹਾਲੇ ਚੋਣਾਂ ਦਾ ਦੌਰ ਚੱਲ ਰਿਹਾ ਸੀ। ਉਦੋਂ ਭਗਵੰਤ ਮਾਨ ਨੇ ਵੀ ਇਲਜ਼ਾਮ ਲਾਏ ਸੀ। ਅਸੀਂ ਉਦੋਂ ਵੀ ਕਿਹਾ ਸੀ ਵੀ ਇਹਦਾ ਖੁਲਾਸਾ ਹੋਣਾ ਚਾਹੀਦਾ ਹੈ, ਦੱਸਿਆ ਜਾਣਾ ਚਾਹੀਦਾ ਕਿਹਨੇ ਤੁਹਾਡੇ ਤੱਕ ਅਪਰੋਚ ਕੀਤੀ ਹੈ, ਕੀ ਤੁਹਾਡੇ ਕੋਲ ਸਬੂਤ ਹੈ, ਤਾਂ ਜੋ ਜੇ ਭਾਰਤੀ ਜਨਤਾ ਪਾਰਟੀ ਇਹ ਕਰ ਰਹੀ ਹੈ ਆਪਰੇਸ਼ਨ ਲੋਟਸ ਦੇ ਅਧੀਨ ਤਾਂ ਫਿਰ ਉਹਦਾ ਕੱਚ ਸੱਚ ਜਿਹੜਾ ਆ ਉਹ ਸਾਹਮਣੇ ਆਉਣਾ ਚਾਹੀਦਾ ਤੇ ਫਿਰ ਅਦਾਲਤਾਂ 'ਚ ਵੀ ਇਹ ਗੱਲਾਂ ਲੈ ਜਾਣੀਆਂ ਚਾਹੀਦੀਆਂ। ਪਰ ਨਾ ਤਾਂ ਭਗਵੰਤ ਮਾਨ ਨੇ ਤੇ ਨਾ ਹੀ ਮਨੀਸ਼ ਸਿਸੋਦੀਆ ਨੇ ਤੇ ਨਾ ਹੀ ਹੁਣ ਸੰਜੇ ਸਿੰਘ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਿਸੇ ਕਿਸਮ ਦਾ ਪ੍ਰਮਾਣ ਜਿਹੜਾ ਇਹ ਰੱਖਿਆ ਵੀ ਹਾਂ ਇਸ ਢੰਗ ਦੇ ਨਾਲ ਸਾਨੂੰ ਅਪਰੋਚ ਹੋਇਆ। 20 ਕਰੋੜ ਦੀ ਆਫਰ ਹੋਈ ਹੈ। 40 ਕਿਹੜੇ ਵਿਧਾਇਕ ਹੈ ਜਿਨ੍ਹਾਂ ਨੂੰ ਮਤਲਬ ਤੋੜ ਕੇ ਮਹਾਰਾਸ਼ਟਰ ਦੁਹਰਾਉਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ। ਇਹ ਗੱਲਾਂ ਜਿਹੜੀਆਂ ਆ ਇਹਨਾਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ, ਕੇਵਲ ਬਿਆਨਬਾਜ਼ੀਆਂ ਦੇ ਨਾਲ ਗੱਲ ਨਹੀਂ ਬਣਦੀ। ਤੇ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹਦੇ ਤੇ ਇਲਜ਼ਾਮ ਲੱਗ ਰਿਹਾ ਜੇ ਇਹ ਨਹੀਂ ਤਾਂ ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇਸ ਮਸਲੇ ਦੇ ਉੱਤੇ ਜਿਹੜੀ ਸਪਸ਼ਟੀਕਰਨ ਜੋ ਸੱਚੇ ਹੈ ਤਾਂ ਉਹ ਅਦਾਲਤ ਵਿੱਚ ਚਲੇ ਜਾਣ। ਉਹ ਕਹਿਣ ਵੀ ਸਾਡੇ ਤੇ ਇਸ ਤਰ੍ਹਾਂ ਦਾ ਇਲਜ਼ਾਮ ਲਾ ਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ। ਇਹ ਕੋਈ ਛੋਟਾ ਇਲਜ਼ਾਮ ਨਹੀਂ ਹੈ, ਇਹ ਸਿੱਧਾ ਇਲਜ਼ਾਮ ਜਿਹੜਾ ਅਮਿਤ ਸ਼ਾਹ ਦੇ ਉੱਤੇ ਜਾਂਦਾ, ਨਰਿੰਦਰ ਮੋਦੀ ਤੇ ਜਾਂਦਾ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਉੱਤੇ ਇਲਜ਼ਾਮ ਹੈ ਕਿਸਮ ਦਾ। ਇਹ ਉਹ ਇਸ ਗੱਲ ਨੂੰ ਸੀਰੀਅਸਲੀ ਲੈਣ ਕਿ ਉਹਨਾਂ ਵੱਲੋਂ ਕੁਝ ਨਹੀਂ ਹੋ ਰਿਹਾ
ਤਾਂ ਫਿਰ ਉਹ ਚੱਲ ਜਾਣ ਅਦਾਲਤ ਦੀ ਸ਼ਰਨ ਲੈ ਲੈਣ ਤੇ ਇਹਨਾਂ ਤੇ ਐਕਸ਼ਨ ਕਰਨ, ਮਾਨਹਾਨੀ ਦੇ ਕੇਸ ਦਰਜ ਕਰਨ, ਤੇ ਜਿਹੜੇ ਮਜੀਠੀਆ ਤੋਂ ਮਾਫੀਆ ਮੰਗ ਸਕਦੇ ਹੈ ਤੇ ਫਿਰ ਇਹਨਾਂ ਤੋਂ ਵੀ ਮਾਫੀਆ ਮੰਗਣਗੇ ਵੀ ਨਹੀਂ ਅਸੀਂ ਤਾਂ ਜੀ ਸਿਆਸਤ ਹੀ ਕਰ ਰਹੇ ਸੀ। ਦੋਨੋਂ ਹੀ ਪਾਸੇ ਕੱਚ ਹੈ, ਅਸਲ ਦੇ ਵਿੱਚ ਦੋਨੋਂ ਹੀ ਪਾਸੇ ਕੱਚ ਹੈ। ਉਧਰੋਂ ਵੀ ਇਹ ਯਤਨ ਹੁੰਦੇ, ਆਪਾਂ ਨੂੰ ਪਤਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਵੱਖ-ਵੱਖ ਸੂਬਿਆਂ ਦੇ ਵਿੱਚ ਜੋ ਕੁਝ ਕੀਤਾ ਗਿਆ ਤੇ ਉਹ ਸਾਡੇ ਸਾਹਮਣੇ ਹੈ, ਤੇ ਕੋਸ਼ਿਸ਼ ਵੀ ਜਿੱਥੇ ਕੀਤੀ ਗਈ ਉਹ ਵੀ ਸਾਡੇ ਸਾਹਮਣੇ ਹੈ। ਸੋ ਦੋਨੋਂ ਹੀ ਕਾਣੇ ਹੈ। ਸੋ ਜਦ ਦੋਨੋਂ ਹੀ ਕਾਣੇ ਹੈ ਤੇ ਫਿਰ ਜਿਹੜੀ ਜਨਤਾ ਆ ਉਹ ਰਲ ਕੇ ਦੋਵੇਂ ਕਾਣੇ ਜਿਹੜੇ ਆ ਜਨਤਾ ਨੂੰ ਮੂਰਖ ਬਣਾ ਰਹੇ। ਦਸਾਂਝ ਸਾਹਿਬ, ਤੁਸੀਂ ਦੋਨੇ ਕਾਣੇ ਕਹੇ, ਸਿਆਸਤਦਾਨਾਂ 'ਚ ਕਾਣਾ ਕਿਹੜਾ ਨੀਗਾ? ਸਿਆਸਤਦਾਨਾਂ 'ਚ ਆ ਹੁਣ ਖਬਰ ਝਾਰਖੰਡ ਦੀ ਆ ਰਹੀ ਆ, ਸ਼ਿਬੂ ਸਰੇਨ ਦਾ ਸਾਹਿਬਜ਼ਾਦਾ ਹਿੰਮਤ ਸਰੇਨ ਉੱਥੇ ਅੱਜ ਕੱਲ੍ਹ ਮੁੱਖ ਮੰਤਰੀ ਆ। ਪਹਿਲਾਂ ਤਾਂ ਇਹਨਾਂ ਨੇ ਸਟੇਟਾਂ ਨੂੰ ਆਪਣੇ ਰਜਵਾੜਾ ਸ਼ਾਹੀ ਵਰਗਾ ਕੰਮ ਬਣਾਇਆ ਹੋਇਆ। ਕੋਈ ਟਰਾਈਬਲ ਦੇ ਨਾਂ 'ਤੇ ਰਾਜ ਕਰੀ ਜਾਂਦਾ, ਕੋਈ ਪੰਥ ਦੇ ਨਾਂ 'ਤੇ ਰਾਜ ਕਰੀ ਜਾਂਦਾ, ਕੋਈ ਹਿੰਦੂਤਵ ਦੇ ਨਾਂ 'ਤੇ ਰਾਜ ਕਰੀ ਜਾਂਦਾ। ਪਰ ਲੋਕ ਆ ਕਿ ਲੋਕ ਸਮਝਦੇ ਨਹੀਂ ਕਿ ਇਹ ਸਾਰੇ ਲੋਕ ਸਾਡਾ ਲਹੂ ਨਿਚੋੜਨ ਵਾਲੇ ਹੀ ਨੇ ਆਨੇ ਬਹਾਨੇ। ਤੇ ਸ਼ਿਬੂ ਸਰੇਨ ਦਾ ਕਿਰਦਾਰ ਵੀ ਆਪਾਂ ਨੂੰ ਪਤਾ, ਤੇ ਉਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਜਦੋਂ ਵਾਜਪਾਈ ਦੀ ਸਰਕਾਰ ਵੇਲੇ ਵੀ ਝਾਰਖੰਡ ਵਾਲੇ ਪਾਸੋਂ ਹੀ ਆਵਾਜ਼ ਉੱਠੀ ਸੀ। ਮੇਰੇ ਖਿਆਲ ਵਾਜਪਾਈ ਨਹੀਂ, ਉਸ ਤੋਂ ਵੀ ਪਹਿਲਾਂ ਨਰਸਿਮਹਾ ਰਾਓ ਦੀ ਸਰਕਾਰ ਨੂੰ ਬਚਾਉਣ ਲਈ ਵੀ ਇੱਕ ਸੌਦਾ ਹੋਇਆ ਸੀ। ਉਹ ਵੀ ਇਸ ਏਰੀਏ ਦੇ MP ਜਿਹੜੇ ਸੀ ਵੇਚੇ ਗਏ ਸੀਗੇ, ਤੇ MP ਵੀ ਵਿਕ ਜਾਂਦੇ ਆ। ਸਧਾਰਨ ਬੰਦਾ ਤੇ ਵਿਚਾਰਾ ਵੋਟ ਜੋਗਾ ਹੀ ਆ, ਉਹਨੇ ਕੀ ਕਰ ਲੈਣਾ ਹੁੰਦਾ ਸਵਾਏ ਸਾਡੇ ਵਰਗੇ ਬੰਦੇ ਚੈਨਲਾਂ 'ਤੇ ਆ ਕੇ ਰੌਲਾ ਪਾ ਲੈਣ। ਤੇ ਚੈਨਲ ਵੀ ਇੰਨੇ ਕੁ ਹੋ ਗਏ, ਕਿਹੜੇ ਚੈਨਲ ਨੂੰ ਕੌਣ ਸੁਣੇ, ਤੇ ਫਿਰ ਗੱਲਾਂ ਇੱਦਾਂ ਹੀ ਚੱਲੀ ਜਾਂਦੀਆਂ। ਤੇ ਹੈਰਾਨਗੀ ਗੱਲ ਇਹ ਆ ਕਿ ਹਿੰਮਤ ਸਰੇਨ ਜਿੱਥੇ ਮੁੱਖ ਮੰਤਰੀ ਆ ਉੱਥੇ ਮਾਈਨਿੰਗ ਦੇ ਵੀ ਮਿਨਿਸਟਰ ਆ, ਤੇ ਇਹ ਵੀ ਨਹੀਂ ਕੋਈ ਪਰਦਾ ਰੱਖਿਆ ਕਿਉਂਕਿ ਕੰਪਨੀ ਬਣਾ ਲਈਏ ਝੂਠੀ ਸੱਚੀ ਕਿ ਰਿਸ਼ਤੇਦਾਰ ਨੂੰ ਪਾ ਲਈਏ, ਆਪਣੇ ਆਪ ਨੂੰ ਆਪੇ ਹੀ ਠੇਕੇ ਦੇ ਦਿੰਦੇ ਆ। ਤੇ ਨਾ ਹੀ ਨੇ ਕੋਈ ਧਾਰਾ ਦੱਸਦੇ ਆ ਜੀ ਭਾਰਤੀ ਸੰਵਿਧਾਨ ਦੀ, ਉਹਦੀ ਉਲੰਘਣਾ ਹੋ ਗਈ। ਤੇ ਘੱਟ ਤੇ ਕੋਈ ਵੀ ਨਹੀਂ, ਜਿਹਦਾ ਦਾ ਲੱਗਦਾ ਹਰ ਥਾਂ ਹਰ ਵਿਅਕਤੀ। ਹੁਣ ਕਿਹਨੂੰ ਕਹੋਗੇ ਚੰਗਾ ਤੇ ਕਿਹਨੂੰ ਮਾੜਾ? ਇਕੱਲੇ ਮੋਦੀ ਨੂੰ ਮਾੜਾ ਚੰਗਾ ਕਿਹਾ ਤਾਂ ਨਹੀਂ ਨਾ ਸਰਨਾ, ਸਾਰੀ ਦੁਨੀਆ ਦਾ ਹੀ ਵਿਹਾਰ ਇਹ ਹੋ ਗਿਆ, ਜਿੱਥੇ ਕਿਸੇ ਦਾ ਦਾ ਲੱਗਦਾ ਉਹ ਲਾਈ ਜਾਂਦਾ। ਨਹੀਂ ਬਿਲਕੁਲ ਇਹ ਸੱਚੀ ਗੱਲ ਹੈ। ਅਸੀਂ ਇਹਦੇ ਤੇ ਅਕਸਰ ਚਰਚਾ ਕੀਤੀ ਹੈ ਕਿ ਅੱਜ ਤੋਂ 35-40 ਸਾਲ ਪਹਿਲਾਂ ਤੱਕ ਜਿਹੜਾ ਇੱਕ ਮਾਹੌਲ ਸੀ, ਫਿਰ ਵੀ ਇਹ ਲੱਗਦਾ ਸੀ ਵੀ ਸਿਆਸਤ ਦੇ ਵਿੱਚ ਜਿਹੜੇ ਲੋਕ ਹੈ ਉਹ ਜਿੱਦਾਂ ਦਾ ਉਹਨਾਂ ਦਾ ਪਹਿਰਾਵਾ ਹੁੰਦਾ ਸੀ, ਉਹਨਾਂ ਦਾ ਵਿਹਾਰ ਵੀ ਲਗਭਗ ਉੱਦਾਂ ਦਾ ਹੁੰਦਾ ਸੀ 40-45 ਸਾਲ ਪਹਿਲਾਂ। ਵੀ ਹਾਂ, ਇੱਕ ਸੇਵਾ ਦੀ ਭਾਵਨਾ ਜਿਹੜੀ ਹੈ ਉਹ ਸਿਆਸਤਦਾਨਾਂ 'ਚ ਦਿਖਾਈ ਦਿੰਦੀ ਸੀ। ਮੁਕਾਬਲਤਨ ਬਹੁਤ ਓਨੈਸਟੀ ਵੀ ਜਿਹੜੀ ਰਹੀ ਆ। ਕਰਪਸ਼ਨ ਤਾਂ ਕਦੀ ਵੀ ਖਤਮ ਨਹੀਂ ਹੋਈ, ਕਰਪਸ਼ਨ ਤਾਂ ਨਾਲ ਚੱਲਦੀ ਰਹੀ ਹੈ। ਕਰਪਸ਼ਨ ਦੇ ਪੈਰਾਮੀਟਰਸ ਜਿਹੜੇ ਆ, ਪੈਮਾਨੇ ਜਿਹੜੇ ਆ ਉਹ ਬਦਲ ਗਏ, ਤੇ ਕਰਪਸ਼ਨ ਦੇ ਜਿਹੜੇ ਕਹਿ ਲਓ ਵੀ ਉਹਦੇ ਰੇਟਸ ਜਿਹੜੇ ਆ ਉਹ ਵੀ ਜਿੱਦਾਂ ਗਲੋਬਲ ਲੈਵਲ ਦੇ ਉੱਤੇ ਜਿਹੜੀ ਆ ਆਰਥਿਕ ਤੌਰ ਦੇ ਉੱਤੇ ਜਿਹੜਾ ਇੱਕ ਬਹੁਤ ਵੱਡਾ ਪਾੜਾ ਵਧਿਆ ਅਮੀਰ ਗਰੀਬ ਦਾ, ਤੇ ਇਸੇ ਤਰ੍ਹਾਂ ਕਰਪਸ਼ਨ ਦੇ ਰੇਟ ਵੀ ਜਿਹੜੇ ਆ, ਕਿਉਂਕਿ ਇੱਕ ਪੂਰਾ ਸੈਕਸ਼ਨ ਇਹ ਬਣ ਗਿਆ ਰਾਜਨੇਤਾਵਾਂ ਦਾ, ਸੱਤਾ 'ਚ ਬੈਠੇ ਲੋਕਾਂ ਦਾ, ਤੇ ਜਿਹੜੇ ਵੱਡੇ ਲੋਕ ਆ ਉਹਨਾਂ ਦਾ ਜਿਹੜਾ ਗੱਠਜੋੜ ਹੋਇਆ, ਉਹਨੇ ਕਰਪਸ਼ਨ ਵੀ ਜਿਹੜੀ ਆ ਉਹ ਮੀਲਾਂ ਦੀਆਂ ਛਾਲਾਂ ਲਾਈਆਂ, ਤੇ ਉਹ ਰੇਟ ਵੀ ਵੱਧ ਗਏ। ਅੱਗੇ ਇਸ ਗੱਲ ਦਾ ਬੜਾ ਰੌਲਾ ਪੈਂਦਾ ਸੀ ਰਾਜੀਵ ਗਾਂਧੀ ਦੇ ਨਾਂ ਦੇ ਉੱਤੇ ਵੀ ਹਾਂ ਵੀ 64 ਕਰੋੜ ਦਾ ਜਿਹੜਾ ਬੋਫਰਸ ਘੁਟਾਲਾ ਹੋਇਆ। ਅੱਜ 64 ਕਰੋੜ ਨੂੰ ਕੋਈ ਕੀ ਮੰਨਦਾ? ਇੱਥੇ ਭਾਰਤ ਭੂਸ਼ਣ ਆਸ਼ੂ ਤੇ ਦੋਸ਼ ਲੱਗਦੇ 2000 ਕਰੋੜ, ਤੇ ਕੋਈ ਕਹੀ ਜਾਂਦਾ 2000 ਨਹੀਂ, ਇਹ ਤਾਂ 25000 ਕਰੋੜ ਦਾ ਘੁਟਾਲਾ ਹੈਗਾ, ਅਨਾਜ ਘੁਟਾਲਾ, ਟੈਂਡਰ ਘੁਟਾਲਾ। ਸੋ ਇੱਥੇ ਹਜ਼ਾਰਾਂ ਕਰੋੜਾਂ ਦੀਆਂ ਗੱਲਾਂ ਹੋਣ ਲੱਗ ਪਈਆਂ। ਤੇ ਜਿਹੜਾ ਮੈਂ 35-40 ਸਾਲ ਪਹਿਲਾਂ ਦਾ ਜ਼ਿਕਰ ਕਰ ਰਿਹਾ, ਉਹ ਜਿਹੜੇ ਰਾਜਨੇਤਾ ਸੀ ਜਿਹਨਾਂ 'ਚ ਸਾਊਪਣ ਵੀ ਦਿਖਾਈ ਦਿੰਦਾ ਸੀ, ਬਿਹਾਰ ਦੇ ਵਿੱਚ ਵੀ ਚੰਗੇ ਲੱਗਦੇ ਸੀ, ਇਮਾਨਦਾਰ ਵੀ ਲੱਗਦੇ ਸੀਗਾ ਤਾਂ ਉਦੋਂ ਵੀ ਬਹੁਤ ਕੁਝ, ਪਰ ਮੁਕਾਬਲਤਨ ਜਿਹੜਾ ਉਹ ਕਾਫੀ ਕੁਝ ਐਂ ਲੱਗਦਾ ਸੀ ਵੀ ਹਾਂ ਵੀ ਸਿਆਸਤ ਦੇ ਵਿੱਚ ਜਿਹੜੇ ਲੋਕ ਹੈ ਇਹਨਾਂ ਤੋਂ ਕੋਈ ਉਮੀਦ ਕੀਤੀ ਜਾ ਸਕਦੀ ਹੈ। ਅੱਜ ਉਹ ਸਾਰਾ ਕੁਝ ਖੁੱਲ ਗਿਆ। ਜਿੱਦਾਂ ਮੈਂ ਇੱਕ ਵਾਕ ਵਰਤਦਾ ਹੁੰਦਾ ਵੀ ਜਿਹੜੀ ਸਿਆਸਤ ਹੈ ਉਹ ਸੇਵਾ ਦੀ ਥਾਂ ਦੇ ਉੱਤੇ ਵਪਾਰ ਹੋ ਗਈ। ਹੁਣ ਤਾਂ ਵਪਾਰ ਤੋਂ ਵੀ ਅੱਗੇ ਜਾ ਕੇ ਧੰਦਾ ਹੋ ਗਈ, ਤੇ ਸੱਤਾ 'ਚ ਬੈਠੇ ਲੋਕ ਜਿਹੜੇ ਆ ਕੋਈ ਵੀ ਹੋਣ, ਉਹ ਫਿਰ ਸੱਤਾ 'ਚ ਜਿੰਨੀ ਦੇਰ ਰਹਿੰਦੇ ਆ ਉਹਨਾਂ ਨੂੰ ਲੱਗਦਾ ਕਿ ਆ 4 ਸਾਲ 5 ਸਾਲ ਸਾਡੇ ਕੋਲ ਹੈਗੇ ਆ, ਲੁੱਟ ਤੋਂ ਜਿੰਨਾ ਲੁੱਟ ਹੁੰਦਾ, ਕੇਸ ਕੂਸ ਤਾਂ ਚੱਲਦੇ ਰਹਿਣਗੇ, ਤੇ ਹੋਣਾ ਕੁਝ ਨਹੀਂ ਹੈ। ਜਾਂਚਾਂ ਹੋਣਗੀਆਂ, ਕਮਿਸ਼ਨ ਬੈਠਣਗੇ, ਤੇ ਫਿਰ ਉਸ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੀ ਨਹੀਂ ਆ। ਗਾਂ ਆਪਣੀ ਜਿਹੜੀਆਂ 7 ਪੀੜ੍ਹੀਆਂ ਉਹਨਾਂ ਲਈ ਤੁਸੀਂ ਧਨ ਇਕੱਠਾ ਕਰ ਲਓ, ਕਾਇਮ ਕਰ ਲਓ, ਜੋ ਕਰਨਾ ਕਰ ਲਓ। ਸੋ ਅੱਜ ਸਿਆਸਤ 'ਚ ਆਉਣ ਵਾਲਾ ਬੰਦਾ ਕੋਈ ਵੀ ਹੈ, ਉਹ ਇਹ ਸੋਚ ਕੇ ਆਉਂਦਾ ਵੀ
ਸਾਰਾ ਕੁਝ ਆਪਣਾ ਆਪਣੇ ਪਰਿਵਾਰ ਦਾ, ਆਪਣੇ ਨੇੜਲੇ ਲੋਕਾਂ ਦਾ ਬਦਲ ਦੇਣਾ ਹੈ। ਅੱਜ ਸਿਆਸਤ 'ਚ ਆਉਣ ਵਾਲਾ ਬੰਦਾ ਜਿਹੜਾ ਆ, ਉਹ ਇਹ ਸੋਚ ਕੇ ਆਉਂਦਾ ਹੈ ਕਿ ਹਾਂ ਮੈਂ ਧੰਦਾ ਕਰਨਾ ਹੈ। ਮੈਂ ਰਜਨੀਸ਼ ਨੂੰ ਕਦੇ ਕਦੇ ਸੁਣਦਾ ਹੁੰਦਾ, ਉਸ ਨੂੰ, ਤੇ ਉਹ ਉਹਦੇ 'ਚ ਕਈ ਵਾਰੀ ਉਹ ਰਾਜਨੀਤੀ ਬਾਰੇ ਵੀ ਬੜੀਆਂ ਡੂੰਘੀਆਂ ਗੱਲਾਂ ਕਰਦੇ ਆ। ਪਿੱਛੇ ਜਦੋਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ 35 ਸਾਲ ਪਹਿਲਾਂ ਤੋਂ, ਮਤਲਬ ਜੇ ਇੱਕ ਨਵਾਂ ਚਲਨ ਚੱਲਿਆ ਸੀ ਵੀ ਡਾਕੂ ਜਿਹੜੇ ਆ ਉਹ ਆਤਮ ਸਮਰਪਣ ਕਰਨ ਲੱਗ ਪਏ ਸੀ। ਤੇ ਉਹ ਕਹਿੰਦੇ ਆ ਵੀ ਉਹ ਨਾ ਜੰਗਲਾਂ 'ਚ ਭਟਕਦੇ ਸੀ, ਚੰਬਲ ਦੀਆਂ ਘਾਟੀਆਂ 'ਚ ਭਟਕਦੇ ਸੀ, ਵੀ ਬਾਕੀ ਸਮਾਜ ਨਾਲੋਂ ਕੱਟੇ ਹੋਏ ਸੀ, ਡਾਕਾ ਮਾਰਦੇ ਸੀ, ਜਾ ਕੇ ਉੱਥੇ ਜੰਗਲਾਂ 'ਚ ਲੁਕ ਜਾਂਦੇ ਸੀ, ਭਟਕਦੇ ਰਹਿੰਦੇ ਸੀ। ਫਿਰ ਸੋਚਦੇ ਵੀ ਇੱਥੇ ਅਸੀਂ ਕੀ ਕਰਦੇ ਆ, ਇਹਨੂੰ ਚੰਗਾ ਵੀ ਰਾਜਨੀਤੀ ਚਲਿਆ ਜਾਏ। ਤੇ ਫਿਰ ਉਹ ਡਾਕੂ ਆਤਮ ਸਮਰਪਣ ਕਰਨ ਲੱਗ ਪਏ ਤੇ ਉਹ ਸਿਆਸਤ 'ਚ ਆਉਣ ਲੱਗ ਪਏ ਵੀ ਚਿੱਟ ਕੱਪੜੀਏ ਹੋ ਕੇ ਵੀ ਡਾਕੇ ਮਾਰੇ ਜਾ ਸਕਦੇ ਆ। ਵੀ ਰਾਜਨੀਤੀ ਅੱਜ ਕੱਲ ਇਸ ਤਰ੍ਹਾਂ ਦੀ ਹੋ ਗਈ ਹੈ ਵੀ ਇਹਦੇ 'ਚ ਜਾਓ, ਕੋਈ ਡਾਕੂ ਡੁਕੂ ਬਣਨ ਦੀ ਜ਼ਰੂਰਤ ਨਹੀਂ ਹੈ, ਤੇ ਉੱਥੇ ਸਿਆਸੀ ਡਾਕੂ ਬਣ ਜਾਓ। ਨਾਲੇ ਚਿੱਟੇ ਕੱਪੜੇ, ਉਜਲਿਆ ਹੋਇਆ ਸਾਰਾ ਕੁਝ ਦਿਖਾਈ ਦਿੰਦਾ, ਤੇ ਸਮਾਜ ਦੇ ਵਿੱਚ ਵੀ ਵਿਚਰਦੇ ਆ, ਸਲਾਮਾਂ ਵੀ ਹੁੰਦੀਆਂ, ਐਵੇਂ ਜੰਗਲਾਂ 'ਚ ਭਟਕਣ ਦੀ ਕੀ ਜ਼ਰੂਰਤ ਹੈ। ਸੋ ਅੱਜ ਇਹ ਸਿਆਸਤ ਇਸ ਮੁਕਾਮ ਤੇ ਪਹੁੰਚ ਗਈ ਹੈ ਜੀ। ਗੱਲ ਠੀਕ ਹੈ ਰਜਨੀਸ਼ ਹਰਾਂ ਦੀ, ਉਹ ਪੈਸੇ ਕਰਨੇ ਵੀ ਕੀ, ਜੰਗਲ 'ਚ ਪਏ ਪੈਸੇ ਕਿਸ ਕੰਮ, ਜੇ ਉਹਨਾਂ ਨੂੰ ਕਿਤੇ ਵਰਤ ਹੀ ਨਾ ਸਕੇ। ਤੇ ਇਹਨਾਂ ਕੋਲ ਤੇ ਬਹੁਤ ਵਧੀਆ ਰਾਹ ਨੇ ਜੀ ਉਹਨਾਂ ਨੂੰ ਚੰਗੇ ਤਰ੍ਹਾਂ ਵਰਤਣ ਦਾ ਵੀ। ਤੇ ਜਿਹੜੇ ਭਰਿਆ ਸਮਿਆਂ ਦੀ ਤੁਸੀਂ ਗੱਲ ਕਰਦੇ ਹੋ, ਉਸ ਸਮੇਂ ਦੀਆਂ ਕਾਹਦੀਆਂ ਸਿਆਸਤਾਂ ਵਿਚਾਰੇ, ਤੇ ਐਵੇਂ ਉਹ ਸੇਵਾ ਦੇ ਨਾਂ ਤੇ ਵਿਚਾਰੇ ਆਪਣੇ ਹੱਡ ਰੋਲ ਕੇ ਚਲ ਗਏ। ਅਸਲੀ ਸਿਆਸਤ ਦੇ ਨਜ਼ਾਰੇ ਤੇ ਹੋਣੇ ਆ ਜਿਹੜੇ ਹੁਣ ਸਿਆਸੀ ਲੋਕ ਨੇ। ਉਹਨਾਂ ਸਮਿਆਂ ਵਾਲੇ ਤੇ ਉਸ ਤਰ੍ਹਾਂ ਹੀ ਆ ਜਿੱਦਾਂ ਪੁਰਾਣੇ ਫਿਲਮ ਇੰਡਸਟਰੀ ਵਾਲੇ ਐਕਟਰ ਤੇ ਪੁਰਾਣੇ ਗਾਇਕ ਜਿਨ੍ਹਾਂ ਦਾ ਅਸੀਂ ਗਾਣੇ ਤੇ ਸੁਣ ਲੈਂਦੇ ਹਾਂ, ਉਹਨਾਂ ਦੇ ਜੀਵਨ ਤੇ ਝਾਤੀ ਮਾਰੀਏ ਤੇ ਕੋਈ ਇੱਕ ਕਮਰੇ ਦੇ ਕਿਰਾਏ 'ਚ ਰਹਿ ਕੇ ਮਰ ਗਿਆ ਤੇ ਕੋਈ ਕਿਤੇ ਰਹਿ ਕੇ ਮਰ ਗਿਆ, ਉਹਨਾਂ ਨੂੰ ਕਿਸੇ ਨਹੀਂ ਪੁੱਛਿਆ, ਗੁੰਮਨਾਮੀ ਹੰਢਾਉਂਦੇ ਰਹੇ। ਇੱਦਾਂ ਹੀ ਸਾਡੇ ਫਰੀਡਮ ਫਾਈਟਰ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸੀਆਂ ਦੇ ਹੱਥ ਸਰਕਾਰਾਂ ਆ ਗਈਆਂ ਤੇ ਜਿਹੜੇ ਅਸਲੀ ਯੋਧੇ ਸੀ ਆਪਾਂ ਬੜੀ ਦੇਰ ਤੱਕ ਵੇਖਦੇ ਰਹੇ ਹਾਂ। ਜਦੋਂ ਹੁਣ ਵੀ ਖਬਰਾਂ ਪੜ੍ਹਦੇ ਹਾਂ ਕਿ ਕੋਈ 20 ਸਾਲ ਪਹਿਲੋਂ ਮਰਿਆ, ਕੋਈ 15 ਸਾਲ ਪਹਿਲੋਂ ਮਰਿਆ, ਤੇ ਉਹਨਾਂ ਦੀ ਜ਼ਿੰਦਗੀ ਦੇ ਕਿੱਸੇ ਸੁਣਦੇ ਹਾਂ। ਕੋਈ ਸਟੇਸ਼ਨ ਤੇ ਪਿਆ ਮਰ ਗਿਆ ਤੇ ਕੋਈ ਵਿਚਾਰਾ ਭੰਗ ਦੇ ਪਹਾੜੇ ਉੱਦਾਂ ਹੀ, ਕਿਸੇ ਨੂੰ ਖਬਰ ਵੀ ਨਹੀਂ ਆਈ। ਉਹਨਾਂ ਦੇ ਲੇਖੇ ਕਿਤੇ 2 ਲਾਈਨਾਂ ਦੀ ਖਬਰ ਵੀ ਨਹੀਂ ਲੱਗੀ। ਮੈਂ ਪਿਛਲੇ ਦਿਨੀ ਪੜ੍ਹ ਰਿਹਾ ਸੀਗਾ ਦੁਰਗਾ ਭਾਬੀ ਬਾਰੇ ਇੱਕ ਖਬਰ ਛਪੀ ਸੀ ਕਿ ਉਹ ਵਿਚਾਰੀ ਕਿਸ ਤਰ੍ਹਾਂ ਰੁਲਦੀ ਰਹੀ, ਕਿਸ ਤਰੀਕੇ ਨਾਲ ਉਹਦੀ ਆਰਥਿਕਤਾ ਰਹੀ, ਤੇ ਬੜੇ ਮਾਣ ਨਾਲ ਅਸੀਂ ਛਾਤੀਆਂ ਚੌੜੀਆਂ ਕਰ ਕਰਕੇ ਭਗਤ ਸਿੰਘ ਹਰਾਂ ਦਾ ਤੇ ਬਖਤੇਸ਼ਵਰ ਦੱਤ ਹਰਾਂ ਦਾ ਤੇ ਦੂਜੇ ਲੋਕਾਂ ਦਾ ਜ਼ਿਕਰ ਕਰਦੇ ਹਾਂ। ਤੇ ਸਿਆਸਤ ਤੇ ਖੈਰ ਸ਼ੁਰੂ ਤੋਂ ਇਦਾਂ ਦੀ ਰਹੀ, ਹੁਣ ਉਹਦਾ ਲੈਵਲ ਥੋੜ੍ਹਾ ਜਿਹਾ ਜ਼ਿਆਦਾ ਜਿਹੜੇ ਪੈਸਿਆਂ ਦਾ ਵੱਧ ਘਟ ਗਿਆ। ਪੁਰਾਣੇ ਲੋਕ ਤੇ ਸੋਚਦੇ ਹੋਣੇ ਆ ਯਾਰ ਜਿਹੜੇ ਅਜੇ ਜੀਂਦਾ ਨੇ ਵੀ ਅਸੀਂ ਕਾਹਦੀ ਸਿਆਸਤ ਕੀਤੀ, ਇਹਦੇ ਨਾਲ ਤਾਂ ਕੁਝ ਹੋਰ ਹੀ ਕਰ ਲੈਂਦੇ ਚੰਗਾ ਸੀਗਾ। ਤੇ ਹੁਣ ਵਾਲਿਆਂ ਦਾ ਤਾਂ ਖੈਰ ਵਾਰੇ ਨਿਆਰੇ ਹੀ ਨੇ। ਬਿਲਕੁਲ ਠੀਕ ਹੈ ਜੀ ਗੱਲ ਤੁਹਾਡੀ। ਮਤਲਬ ਉਮੀਦ ਵਾਲੇ ਲੋਕ ਆਪਾਂ ਅਕਸਰ ਕਹਿੰਦੇ ਆ ਵੀ ਉਮੀਦ ਜਿਹੜੀ ਆ ਉਹ ਨਹੀਂ ਮਰਨ ਦੇਣੀ ਚਾਹੀਦੀ, ਪਰ ਜਿਸ ਤਰ੍ਹਾਂ ਦੀ ਸਿਆਸਤ ਹੈ ਬੜੀ ਕੋਫਤ ਹੁੰਦੀ ਹੈ ਵੀ ਅਸੀਂ ਪਹੁੰਚ ਕਿੱਥੇ ਗਏ ਆ, ਉਹ ਚੀਜ਼ ਬਚੀ ਹੋਈ ਨਹੀਂ ਹੈ। ਤੇ ਫਿਰ ਜਦੋਂ ਅਸੀਂ ਕਈ ਵਾਰੀ ਇਹ ਕਹਿੰਦੇ ਹੁੰਦੇ ਆ ਬੜੇ ਸਤਿਕਾਰ ਦੇ ਨਾਲ ਵੀ ਕੁਝ ਮਾਮਲਿਆਂ ਦੇ ਉੱਤੇ ਅਦਾਲਤਾਂ ਨੂੰ ਖੁਦ ਹੀ ਜਿਹੜਾ ਨੋਟਿਸ ਲੈ ਲੈਣਾ ਚਾਹੀਦਾ ਹੈ। ਹੁਣ ਮਹਾਰਾਸ਼ਟਰ ਵਾਲੀ ਜਿਹੜਾ ਮਾਮਲਾ ਆ, ਜਿਵੇਂ ਸ਼ਿਵ ਸੈਨਾ ਨੂੰ ਤੋੜਿਆ ਗਿਆ ਏਕਨਾਥ ਸ਼ਿੰਦੇ ਨੂੰ ਅੱਗੇ ਲਾ ਕੇ, ਤੇ ਉਹ ਮਾਮਲਾ ਅਦਾਲਤ ਵਿੱਚ ਹੈ, ਸੁਪਰੀਮ ਕੋਰਟ 'ਚ ਹੈ, ਸ਼ਿਵ ਸੈਨਾ ਕਿਹਦੀ ਅਸਲੀ ਹੈ ਉਹ ਲੜਾਈ ਚੱਲੀ ਜਾਂਦੀ ਹੈ। ਇਹਦੀ ਥਾਂ ਦੇ ਉੱਤੇ ਮੈਨੂੰ ਉਹ ਤਾਂ ਚਲੋ ਆਪਣੀ ਥਾਂ ਦੇ ਉੱਤੇ ਦੋਵਾਂ ਨੇ ਆਪਣੀ ਪਟੀਸ਼ਨਾਂ ਪਾਈਆਂ ਹੋਈਆਂ ਵੀ ਸ਼ਿਵ ਸੈਨਾ ਦਾ ਕੌਣ ਅਸਲੀ ਹੱਕਦਾਰ ਹੈ, ਕਿਹਦੀ ਮੋਹਰ ਚਾਹੀਦੀ ਹੈ, ਕਿਹਨੂੰ ਨਿਸ਼ਾਨ ਮਿਲਣਾ, ਇਹ ਲੜਾਈ ਆਪਣੀ ਥਾਂ ਤੇ ਹੈ। ਮੈਨੂੰ ਲੱਗਦਾ ਕਿ ਜੋ ਕੁਝ ਹੋਇਆ ਅਸੀਂ ਤੁਸੀਂ ਦੇਖਦੇ ਹਾਂ, ਤੇ ਮਹਾਰਾਸ਼ਟਰ ਤੋਂ ਲੈ ਕੇ ਪਹਿਲਾਂ ਮੱਧ ਪ੍ਰਦੇਸ਼ ਜਾਂ ਬਾਕੀ ਸੂਬਿਆਂ ਦੇ ਵਿੱਚ, ਗੋਆ ਦੇ ਵਿੱਚ ਜੋ ਕੁਝ ਹੋਇਆ, ਤੇ ਜੋ ਕੁਝ ਜਿਹੜਾ ਹੁਣ ਹੋ ਰਿਹਾ ਸਾਡੇ ਸਾਹਮਣੇ ਹੋ ਰਿਹਾ, ਬਿਹਾਰ 'ਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਦਿੱਲੀ ਦੀਆਂ ਖਬਰਾਂ ਆ ਰਹੀਆਂ ਵੀ ਆਪ ਹੀ ਨੋਟਿਸ ਲੈਣ ਦੀ ਜ਼ਰੂਰਤ ਹੈ, ਕਿਉਂਕਿ ਸਿਆਸਤ ਤੋਂ ਤਾਂ ਹੁਣ ਕੋਈ ਉਮੀਦ ਬਚੀ ਨਹੀਂ ਹੈ ਵੀ ਸਿਆਸਤ ਜਾਂ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਹੋਰ ਜਿਹੜੇ ਲੋਕ ਆ ਵੀ ਇਹਦੇ ਤੇ ਕੁਝ ਕਰਨਗੇ, ਕਿਉਂਕਿ ਉਹ ਵਿਰੋਧੀ ਪਾਰਟੀਆਂ ਦੇ ਲੋਕ ਵੀ ਲਗਭਗ ਉਹਨਾਂ ਦੇ ਲੋਕ ਵੀ ਇਸੇ ਤਰ੍ਹਾਂ ਕਰਪਸ਼ਨ 'ਚ ਇਨਵੋਲਵ ਨੇ। ਜੇ ਉਹ ਮਹਾਰਾਸ਼ਟਰ ਦੀ ਆਪਾਂ ਗੱਲ ਕਰ ਰਹੇ ਹਾਂ, ਤੇ ਜਿਹੜੇ ਲੋਕ ਪਾਰਟੀ ਨੂੰ ਜਿਨ੍ਹਾਂ ਨੇ ਤੋੜਿਆ, ਏਕਨਾਥ ਸ਼ਿੰਦੇ ਨੇ ਜਿਹੜੇ ਆਪਣੇ ਨਾਲ MLA ਰਲਾਏ,
ਤੇ ਉਹ ਆਪਰੇਸ਼ਨ ਜਿਹੜਾ ਸਫਲ ਉੱਥੇ ਹੋਇਆ, ਉਹ ਸਾਰੇ ਲੋਕ ਉਹ ਆ ਜਿਨ੍ਹਾਂ ਚੋਂ ਬਹੁਤਿਆਂ ਦੇ ਉੱਤੇ ਜਿਹੜਾ ਆ ਈਡੀ ਤੇ ਸੀਬੀਆਈ ਦੀਆਂ ਰੇਡਸ ਪਈਆਂ ਸੀ ਤੇ ਜਿਹਨਾਂ ਤੇ ਕੇਸ ਚੱਲ ਰਹੇ ਆ। ਤੇ ਉਹ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਉੱਥੇ ਸਰਕਾਰ ਬਣਾ ਗਏ ਆ ਤੇ ਉਹ ਫਿਰ ਸਾਫ਼ ਸੁਥਰੇ ਹੋ ਗਏ ਆ। ਤੇ ਜਦੋਂ ਏਦਾਂ ਦੇ ਐਫਰਟਸ ਹੁੰਦੇ ਆ ਜਿਹਦੇ ਤੇ ਦੋਸ਼ ਵੀ ਲੱਗਦੇ ਆ ਤੇ ਫਿਰ ਮਾਨਯੋਗ ਸੁਪਰੀਮ ਕੋਰਟ ਨੂੰ ਮੈਨੂੰ ਲੱਗਦਾ ਹੈ ਕਿ ਆਪ ਹੀ ਨੋਟਿਸ ਲੈਣ ਦੀ ਜ਼ਰੂਰਤ ਹੈ ਵੀ ਇਹ ਮੁਲਕ ਦੇ ਵਿੱਚ ਹੋ ਕੀ ਰਿਹਾ, ਵੀ ਇਹ ਕੋਈ ਸਿਹਤਮੰਦ ਜਿਹੜੀ ਪਰੰਪਰਾ ਨਹੀਂ ਹੈ ਜਿਹੜੀ ਅਸੀਂ ਪਾ ਲਈ ਹੈ। ਭਾਰਤੀ ਡੈਮੋਕ੍ਰੇਸੀ ਦੀ ਸਭ ਤੋਂ ਵੱਡੀ ਇਹ ਪੀੜਾ ਦੇ ਰੂਪ ਦੇ ਵਿੱਚ ਇਹਨੂੰ ਦੇਖਿਆ ਜਾਣਾ ਚਾਹੀਦਾ ਹੈ। ਪਰ ਇਹ ਵੀ ਡੈਮੋਕ੍ਰੇਸੀ ਸਾਡੀ ਜਿਸ ਕਿਸਮ ਦੀ ਹੈ ਉਹਦੇ 'ਚ ਜਿਹੜਾ ਮਰਜ਼ੀ ਜੋ ਮਰਜ਼ੀ ਕਰੀ ਜਾਂਦਾ, ਤੇ ਜੇ ਕੋਈ ਉਹਦਾ ਵਿਰੋਧ ਦਰਜ ਕਰਵਾਉਂਦਾ ਤੇ ਉਹਦਾ ਵਿਰੋਧ ਦਰਜ ਕਰਾਉਣ ਦਾ ਤਰੀਕਾ ਵੀ ਜਿਹੜਾ ਆ ਕੋਈ ਇਸ ਢੰਗ ਦਾ ਨਹੀਂ ਹੁੰਦਾ ਕਿ ਉਹ ਵਿਰੋਧ ਦਾ ਕੋਈ ਅਸਰ ਹੋ ਸਕੇ। ਸੋ ਬੜਾ ਘਚੋਲਾ ਜਿਹਾ ਪਿਆ ਹੋਇਆ, ਬਹੁਤ ਵੱਡੇ ਨਿਗਾਰ ਦੇ ਵਿੱਚ ਅੱਜ ਭਾਰਤੀ ਜਮਹੂਰੀਅਤ ਹੈਗੀ ਹੈ। ਤੇ ਜਿਸ ਕਿਸਮ ਦੀ ਭਾਵਨਾ ਹੋਣੀ ਚਾਹੀਦੀ ਹੈ ਜਮਹੂਰੀਅਤ ਦੀ, ਉਹ ਕਿਤੇ ਦਿਖਾਈ ਨਹੀਂ ਦੇ ਰਹੀ। ਸੱਤਾ 'ਚ ਬੈਠੇ ਲੋਕ ਜਿਹੜੇ ਆ ਉਹ ਤਾਂ ਹੈ ਹੀ, ਜਿਹੜੇ ਵਿਰੋਧੀ ਧਿਰ ਵਾਲੇ ਲੋਕ ਹੈ ਜਿਹੜੇ ਕਦੇ ਸੱਤਾ 'ਚ ਰਹੇ ਜਾਂ ਦੁਬਾਰਾ ਸੱਤਾ 'ਚ ਆਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ, ਉਹ ਚਾਹੇ ਕੌਮੀ ਪੱਧਰ ਤੇ ਹੋਵੇ ਤੇ ਚਾਹੇ ਸੂਬਾਈ ਪੱਧਰ ਤੇ ਖੇਤਰੀ ਪਾਰਟੀਆਂ ਦੇ ਰੂਪ ਦੇ ਵਿੱਚ ਹੋਵੇ, ਸਾਰੇ ਮਾਮਲੇ ਵਿੱਚ ਨੰਗੇ ਦਿਖਾਈ ਦੇ ਰਹੇ ਆ। ਤੇ ਉਮੀਦ ਜਿਹੜੀ ਅਸੀਂ ਗੱਲ ਕਰਦੇ ਆ ਉਹ ਫਿਰ ਸਾਡੀ ਟੇਕ ਜਿਹੜੀ ਉਮੀਦ ਲੋਕਾਂ ਤੇ ਰਹਿ ਜਾਂਦੀ ਹੈ ਵੀ ਇਨ ਫਿਊਚਰ ਕੋਈ ਜਿਹੜੇ ਜਨ ਅੰਦੋਲਨ ਲੋਕ ਅੰਦੋਲਨ ਜਿਹੜੇ ਆ ਉਹੀ ਸ਼ਾਇਦ ਕੋਈ ਤਸਵੀਰ ਬਦਲ ਸਕਣ। ਮੁੱਖ ਧਾਰਾ ਦੀਆਂ ਜਾਂ ਖੇਤਰੀ ਪਾਰਟੀਆਂ ਦੀਆਂ ਜਿਹੜੀਆਂ ਸਿਆਸਤਾਂ ਹੈਗੀਆਂ ਉਹਦੇ ਤੋਂ ਕੋਈ ਬਹੁਤੀ ਉਮੀਦ ਦਿਖਾਈ ਨਹੀਂ ਦਿੰਦੀ। ਦਸਾਂਝ ਸਾਹਿਬ, ਇੱਕ ਖਬਰ ਆ ਰਹੀ ਆ ਕਿ ਸੀਬੀਆਈ ਦੀ ਇੱਕ ਅਦਾਲਤ ਨੇ 2 ਪੁਲਿਸ ਵਾਲੇ, ਇੱਕ ਡੀਐਸਪੀ ਕਿਸ਼ਨ ਸਿੰਘ ਤੇ ਇੱਕ ਸਬ ਇੰਸਪੈਕਟਰ ਤਰਸੇਮ ਸਿੰਘ, ਇਹਨਾਂ ਨੇ 30 ਸਾਲਾਂ ਬਾਅਦ ਸਜ਼ਾ ਸੁਣਾਈ ਆ। 30 ਸਾਲ ਪਹਿਲਾਂ ਇਹਨਾਂ ਨੇ ਅੰਮ੍ਰਿਤਸਰ ਦੇ 3 ਵਿਅਕਤੀ ਜਿਹੜੇ ਕਿ ਸਾਹਿਬ ਸਿੰਘ, ਦਲਬੀਰ ਸਿੰਘ ਤੇ ਬਲਵਿੰਦਰ ਸਿੰਘ ਸੀ, ਝੂਠੇ ਮੁਕਾਬਲਿਆਂ 'ਚ ਉਹਨਾਂ ਨੂੰ ਮਾਰ ਮੁਕਾਇਆ ਸੀਗਾ। ਤੇ ਉਹ ਕਹਿੰਦੇ ਹੁੰਦੇ ਆ ਨਾ ਜੀ, ਜਸਟਿਸ ਡਿਲੇ ਜਸਟਿਸ ਡਿਨਾਈ। ਤੇ 30 ਸਾਲਾਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਮਾਪਿਆਂ ਨੂੰ ਕੋਈ ਜਸਟਿਸ ਮਿਲਿਆ ਲੱਗਿਆ ਹੋਊਗਾ ਜਦੋਂ ਇਹ ਗੱਲ ਸਾਬਤ ਕੋਰਟ 'ਚ ਆ ਕੇ ਹੋ ਜਾਂਦੀ ਆ ਕਿ ਇਹ ਲੋਕ ਝੂਠਾ ਮੁਕਾਬਲਾ ਬਣਾ ਕੇ ਇੱਦਾਂ ਮਾਰਦੇ ਰਹੇ। ਤੇ ਇਹ ਤੇ ਇੱਕ ਕੇਸ ਹੈ, ਇੱਦਾਂ ਤੇ ਅਨੇਕਾਂ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨਾਂ ਨਾਲ ਇੱਦਾਂ ਹੋਇਆ ਜਿਨ੍ਹਾਂ ਦਾ ਖੁਰਾ ਖੋਜ ਲੱਭਦਾ ਖਾਲੜਾ ਆਪ ਵੀ ਜਾ ਵੜਿਆ ਉਹਨਾਂ ਦੇ ਵਿੱਚ ਹੀ। ਤੇ ਫਿਰ ਨਿਆਂ ਪ੍ਰਣਾਲੀ ਵੀ ਸਾਡੀ ਇੰਨੀ ਢਿੱਲੀ ਢਾਲੀ, ਤੇ ਉਤੋਂ ਇਹੀ ਕਹਿੰਦੇ ਆ ਕਿ ਮਾਣਯੋਗ ਅਦਾਲਤਾਂ ਖੁਦ ਨੋਟਿਸ ਲੈਣ। ਮਾਣਯੋਗ ਅਦਾਲਤਾਂ ਤੇ ਕਿਹੜੀ ਚੀਜ਼ ਦਾ ਨੋਟਿਸ ਲੈਣ? ਐਡੇ ਵੱਡੇ ਭਾਣੇ ਵਰਤ ਗਏ ਸਾਡੇ ਉਹਨਾਂ ਦੇ ਸਾਹਮਣੇ, ਤੇ ਅਦਾਲਤਾਂ ਨੂੰ ਨਜ਼ਰ ਹੀ ਨਹੀਂ ਆਇਆ। ਤੇ 30 ਸਾਲਾਂ ਬਾਅਦ ਕੋਈ ਮਾੜੇ ਮੋਟੇ ਪ੍ਰੂਫ ਲੱਭ ਕੇ ਕਿਸੇ ਨੂੰ ਸਜ਼ਾ ਮਿਲ ਵੀ ਜਾਂਦੀ ਆ, ਹਾਈ ਕੋਰਟ ਚਲ ਜਾਣਗੇ, ਜ਼ਮਾਨਤ ਹੋ ਜੂਗੀ। ਨਹੀਂ ਤੇ ਸੁਪਰੀਮ ਕੋਰਟ ਪੈਸੇ ਹੋਣੇ ਉਹਨਾਂ ਕੋਲ, ਮੈਡਲ ਵੀ ਲੱਗ ਗਏ ਹੋਣੇ, ਉਦੋਂ ਸਿਪਾਹੀ ਤੋਂ ਬਣ ਗਏ ਹੋਣੇ ਆ ਡੀਐਸਪੀ। ਤੇ ਜਿਹੜੇ ਪਰਿਵਾਰ ਤਬਾਹ ਕਰ ਦਿੱਤੇ ਉਹਨਾਂ ਨੂੰ ਕੀ ਇਨਸਾਫ ਮਿਲਿਆ 30 ਸਾਲਾਂ ਬਾਅਦ? ਸਾਡੀਆਂ ਅਦਾਲਤਾਂ ਦੇ ਵਿੱਚ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਉੱਪਰਲੀ ਸਿਖਰਲੀ ਅਦਾਲਤ ਤੱਕ 6 ਕਰੋੜ ਦੇ ਕਰੀਬ ਜਿਹੜੇ ਕੇਸ ਹੈ ਉਹ ਪੈਂਡਿੰਗ ਹੈ। ਅਦਾਲਤਾਂ ਦੇ ਉੱਤੇ ਬਹੁਤ ਜ਼ਿਆਦਾ ਬੋਝ ਹੈ ਤੇ ਅਦਾਲਤਾਂ 'ਚ ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਮਾਣਯੋਗ ਜੱਜਿਸ ਦੀਆਂ ਜਿਹੜੀਆਂ ਉਹ ਖਾਲੀ ਪਈਆਂ, ਜਿਹੜੀਆਂ ਪੁਰ ਨਹੀਂ ਕੀਤੀਆਂ ਜਾਂਦੀਆਂ, ਤੇ ਕੇਸ ਜਿਹੜੇ ਇਸੇ ਤਰ੍ਹਾਂ ਲਮਕਦੇ ਰਹਿੰਦੇ ਹੈ। ਲੰਮਾ ਸਮਾਂ ਕੇਸ ਚੱਲਦੇ ਹੈ। ਬਹੁਤ ਸਾਰੇ ਕੇਸ ਹੈ ਇਸ ਕਿਸਮ ਦੇ ਜਿਹੜੇ ਸਿੱਧੇ ਤੌਰ ਦੇ ਉੱਤੇ ਸਿਆਸਤਦਾਨਾਂ ਦੇ ਨਾਲ ਬੱਝੇ ਹੋਏ ਕੇਸ ਹੈ, ਕ੍ਰਾਈਮ ਦੇ ਕੇਸ ਹੈ, ਬਾਕੀ ਸਿਵਲ ਦੇ ਕੇਸ ਹੈ, ਜਿਹੜੇ ਤਰੀਕ ਦਰ ਤਰੀਕ ਉਹ ਦਾਮਨੀ ਫਿਲਮ ਯਾਦ ਆ ਜਾਂਦੀ ਹੈ ਸਨੀ ਦਿਓਲ ਦੀ, ਜਿਹਦੇ 'ਚ ਉਹਦਾ ਇੱਕ ਮਸ਼ਹੂਰ ਡਾਇਲੋਗ ਹੈ, ਤਾਰੀਖ ਪੇ ਤਾਰੀਖ, ਵੀ ਇਹ ਤਾਰੀਖ ਹੀ ਪੈਂਦੀ ਰਹਿੰਦੀ ਹੈ। ਤੇ ਇਸੇ ਤਰ੍ਹਾਂ ਆਪਣੇ ਸੁਰਜੀਤ ਪਾਤਰ ਹੋਰਾਂ ਦੀ ਗਜ਼ਲ ਜਿਹੜੀ ਹੈ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਉਹਦੇ 'ਚ ਇੱਕ ਸ਼ੇਰ ਆਉਂਦਾ ਹੈ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਥੱਕ ਗਏ। ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਥੱਕ ਗਏ, ਆਖੋ ਇਹਨਾਂ ਨੂੰ ਆਪਣੇ ਘਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਇਹ ਸ਼ੇਰ ਦੇ ਨਾਲ ਸਹਿਮਤ ਹੋਵੇ ਕੋਈ ਨਾ ਹੋਵੇ, ਪਰ ਇਹ ਤਸਵੀਰ ਕਸ਼ੀ ਤਾਂ ਹੈ, ਮੰਜ਼ਰ ਕਸ਼ੀ ਤਾਂ ਹੈ। ਭਾਵੇਂ ਸਿੱਧੇ ਤੌਰ ਦੇ ਉੱਤੇ ਇਹ ਅਦਾਲਤੀ ਪ੍ਰਕਿਰਿਆ ਦੇ ਉੱਤੇ ਸ਼ੇਰ ਨਹੀਂ ਹੈ, ਇਹ ਟੋਟੈਲਿਟੀ ਦੇ ਵਿੱਚ ਇਸ ਸ਼ੇਰ ਨੂੰ ਸਮਝਣ ਦੀ ਜ਼ਰੂਰਤ ਹੈ।
ਪਰ ਪਹਿਲੀ ਪਰਤ ਦੇ ਰੂਪ ਦੇ ਵਿੱਚ ਜੇ ਅਸੀਂ ਇਹਨੂੰ ਅਦਾਲਤ ਦੇ ਮਸਲੇ 'ਚ ਹੀ ਲੈ ਲਈਏ ਵੀ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਥੱਕ ਗਏ, ਆਖੋ ਇਹਨਾਂ ਨੂੰ ਆਪਣੇ ਘਰੀ ਜਾਣ, ਹੁਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ। ਇਹ ਆਪਣੇ ਆਪ ਦੇ ਵਿੱਚ ਮੰਜ਼ਰ ਕਸ਼ੀ ਹੈ ਵੀ ਸਥਿਤੀਆਂ ਕਿਸ ਤਰ੍ਹਾਂ ਦੀਆਂ ਹੋ ਗਈਆਂ। ਬੰਦਾ ਖੜਾ ਬੰਦਾ ਬਿਰਖ ਹੋ ਗਿਆ, ਨਾ ਇੱਧਰ ਜਾਣ ਜੋਗਾ ਨਾ ਉੱਧਰ ਜਾਣ ਜੋਗਾ। ਬੁੱਤ ਬਣ ਗਏ, ਮਨੁੱਖਾਂ ਦੇ ਜਿਉਂਦੇ ਜਾਗਦੇ ਮਨੁੱਖਾਂ ਦੇ ਬੁੱਤ ਬਣ ਗਏ। ਇਸ ਪਰਿਸਥਿਤੀ ਦੇ ਵਿੱਚੋਂ, ਇਸ ਹਾਲਾਤ ਚੋਂ ਆਪਾਂ ਲੰਘ ਰਹੇ ਹਾਂ, ਫਿਰ ਵੀ ਉਮੀਦ ਕਰ ਰਹੇ ਹਾਂ ਜੀ। ਹਾਂ ਬਿਲਕੁਲ ਦਸਾਂਝ ਸਾਹਿਬ, ਦੋ ਖਬਰਾਂ ਅੱਜ ਹੋਰ ਬੜੀ ਵੱਡੀ ਚਰਚਾ 'ਚ ਨੇ। ਮੈਂ ਸਕਰੀਨ ਤੋਂ ਥੋੜਾ ਲਾਂਭਿਆ, ਕੋਈ ਗੱਲ ਨਹੀਂ, ਤੁਹਾਡੇ ਨਾਲ ਗੱਲ ਚੱਲ ਰਹੀ ਹੈ ਮੇਰੀ। ਦੋ ਖਬਰਾਂ ਅੱਜ ਚਰਚਾ 'ਚ ਨੇ। ਇੱਕ ਕੋਟਕਪੂਰਾ ਗੋਲੀकांड ਦੇ ਵਿੱਚ ਸੁਖਬੀਰ ਬਾਦਲ ਹੋਰਾਂ ਨੂੰ ਪੁੱਛਗਿੱਛ ਲਈ ਸੰਮਣ ਹੋਇਆ, ਤੇ ਇੱਕ ਪੰਜਾਬ ਦੇ ਵੱਡੇ ਪੁਲਿਸ ਅਫਸਰ ਨੇ AIG, ਉਹਨਾਂ ਦੇ ਘਰ ਅੱਜ ਮਿਣਤੀਆਂ ਸ਼ੁਰੂ ਹੋਈਆਂ ਨੇ। ਕਈ ਵਾਰ ਤੇ ਲੱਗਦਾ ਹੁੰਦਾ ਇਹ ਮਿਣਤੀਆਂ ਫੀਤੇ ਫੂਤੇ ਮਾਰ ਕੇ ਫਿਰ ਘਰੇ ਬਹਿ ਜਾਂਦੇ ਆ, ਬਥੇਰਿਆਂ ਦੀਆਂ ਹੋਈਆਂ ਇੱਦਾਂ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਚਰਚਾ ਚੱਲਦੀ ਰਹਿੰਦੀ ਆ ਕਿ ਵਿਜੀਲੈਂਸ ਕਾਫੀ ਐਕਟਿਵ ਹੈ, ਤੇ ਇਹ ਜਿਹੜੇ ਲੋਕ ਨੇ ਜਿਨ੍ਹਾਂ ਵੱਡੇ ਵੱਡੇ ਡਾਕੇ ਮਾਰ ਕੇ ਵੱਡੀਆਂ ਜਾਇਦਾਦਾਂ ਬਣਾਈਆਂ ਨੇ, ਉਹਨਾਂ ਤੇ ਇਸ ਵੇਲੇ ਗਾਜ ਤੇ ਡਿੱਗ ਰਹੀ ਆ। ਸਕੂਨ ਜਿਹਾ ਲੋਕਾਂ ਨੂੰ ਮਿਲਦਾ ਇਹਦੇ ਨਾਲ। ਇਹਦੇ ਨਿਪਟਾਰੇ ਅਦਾਲਤਾਂ ਜਾ ਕੇ ਕੀ ਹੋਣਗੇ ਇਹ ਤੇ ਪਤਾ ਨਹੀਂ। AIG ਆਸ਼ੀਸ਼ ਕਪੂਰ ਨੇ ਮੋਹਾਲੀ ਦੇ ਵਿੱਚ 68 ਸੈਕਟਰ ਦੇ ਵਿੱਚ ਉਹਨਾਂ ਦੇ ਘਰ ਦੇ ਉੱਤੇ ਰੇਡ ਹੋਈ ਆ ਵਿਜੀਲੈਂਸ ਦੀ, ਤੇ ਉਹ ਰੇਡ ਤੜਕਸਾਰ ਹੋਈ ਸੀ, ਤੇ ਉਹ 2 ਘੰਟੇ ਦੀ ਰੇਡ ਤੋਂ ਬਾਅਦ ਉਹ ਚਲੇ ਗਏ। ਤੇ ਉਹਨਾਂ ਨੇ ਇਹ ਗੱਲ ਕਹੀ ਆ ਆਸ਼ੀਸ਼ ਕਪੂਰ ਨੇ ਕਿ ਮੈਨੂੰ ਫਸਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ, ਤੇ ਵਿਜੀਲੈਂਸ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਤੇ ਪੈਸੇ ਮੰਗਣ ਦਾ ਦੋਸ਼ ਹੈ, ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਹੈ। ਇਹਦੀਆਂ ਡਿਟੇਲਸ ਹਾਲੇ ਆਉਣੀਆਂ ਵੀ ਕੁਝ ਨਿਕਲਿਆ ਉਸ ਰੇਡ ਦੇ ਵਿੱਚੋਂ ਜਾਂ ਨਹੀਂ, ਉਹ ਨਹੀਂ ਦੱਸਿਆ ਗਿਆ ਹਾਲੇ। ਪਰ ਉਹਨਾਂ ਨੇ ਆਪ ਕਿਹਾ ਕਿ ਮੈਨੂੰ ਸਾਜ਼ਿਸ਼ਾਨਾ ਤਰੀਕੇ ਦੇ ਨਾਲ ਫਸਾਉਣ ਦੀ ਕੋਸ਼ਿਸ਼ ਹੈ। ਤੇ ਇਹ ਰੂਟੀਨ ਦੇ ਵਿੱਚ ਜਦੋਂ ਕੋਈ ਏਦਾਂ ਦੀ ਘਟਨਾ ਹੁੰਦੀ ਹੈ ਤੇ ਉਹਦੇ 'ਚ ਫਿਰ ਜਿਹੜਾ ਜਿਹਦੀ ਪੁਣਛਾਣ ਕੀਤੀ ਜਾਂਦੀ ਹੈ, ਤੇ ਉਹਦਾ ਅਕਸਰ ਹੀ ਉਹ ਇਹ ਗੱਲ ਕਹਿ ਦਿੰਦੇ ਆ ਮੈਨੂੰ ਫਸਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਕੀ ਇਹਦੇ 'ਚੋਂ ਨਿਕਲਦਾ ਆਪਾਂ ਦੇਖਾਂਗੇ, ਤੇ ਫਿਰ ਡਿਟੇਲ ਜਦੋਂ ਇਹਦੀਆਂ ਆਉਣਗੀਆਂ ਉਹ ਸਾਂਝੀਆਂ ਜ਼ਰੂਰ ਕਰਾਂਗੇ ਵੀ ਕਿਸ ਲੈਵਲ ਦਾ ਭ੍ਰਿਸ਼ਟਾਚਾਰ ਜਿਹੜੇ ਆ ਉਹ AIG ਸਾਹਿਬ ਕਰ ਰਹੇ ਸੀ। ਬਾਕੀ ਇਹ ਤਾਂ ਸਾਰੀ ਗੱਲ ਸਪਸ਼ਟ ਹੈ ਕਿ ਸਾਡੇ ਵੱਖ-ਵੱਖ ਮਹਿਕਮਿਆਂ ਦੇ ਵਿੱਚ ਕਰਪਸ਼ਨ ਹਾਲੇ ਵੀ ਉਵੇਂ ਹੀ ਚੱਲ ਰਹੀ ਹੈ। ਜਿਹੜੇ ਦਾਅਵੇ ਸੀ ਉਹ ਫਜ਼ੂਲ ਹੈ ਵੀ ਹਾਂ ਵੀ ਅਸੀਂ 10 ਦਿਨਾਂ 'ਚ, ਮਹੀਨੇ 'ਚ, ਜਾਂ ਹੁਣ 5 ਮਹੀਨੇ ਹੋ ਗਏ ਅਸੀਂ ਕਰਪਸ਼ਨ ਖਤਮ ਕਰ ਦਿੱਤੀ ਹੈ। ਇਹ ਗੱਲ ਤਾਂ ਆਪ ਮੰਨੀ ਭਗਵੰਤ ਮਾਨ ਹੋਰਾਂ ਨੇ, ਭਾਵੇਂ ਮੁਕੰਮਲ ਰੂਪ 'ਚ ਨਹੀਂ ਵੀ ਮੰਨੀ, ਪਰ ਇੰਨੀ ਕੁ ਤਾਂ ਮੰਨੀ ਲਈ ਵੀ ਥਾਣਿਆਂ ਤੇ ਕਚਹਿਰੀਆਂ ਛਾਲੇ ਵੀ ਰਿਸ਼ਵਤ ਚੱਲੀ ਜਾਂਦੀ ਹੈ। ਇਹ ਖੁਦ ਮੁੱਖ ਮੰਤਰੀ ਨੇ ਗੱਲ ਮੰਨੀ ਹੈ। ਤੇ ਅਸੀਂ ਕਹਿੰਦੇ ਆ ਕਿ ਥਾਣੇ ਕਚਹਿਰੀਆਂ ਨੂੰ ਛੱਡੋ, ਕੋਈ ਮਹਿਕਮਾ ਹੀ ਨਹੀਂ, ਕੋਈ ਖੇਤਰ ਹੀ ਨਹੀਂ ਜਿੱਥੇ ਰਿਸ਼ਵਤ ਨਾ ਹੁੰਦੀ ਹੋਵੇ। ਸਗੋਂ ਅਸੀਂ ਤੇ ਇਹ ਵੀ ਕਿਹਾ ਸੀ ਵੀ ਰਿਸਕ ਦੇ ਨਾਂ ਦੇ ਉੱਤੇ ਰਿਸ਼ਵਤ ਜਿਹੜੀ ਹੈ ਉਹ ਡਬਲ ਹੋ ਗਈ ਹੈ। ਹੁਣ ਜਿਹੜੀ ਦੂਜੀ ਗੱਲ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਉਹਨਾਂ ਨੂੰ ਤਲਬ ਕੀਤਾ ਗਿਆ 30 ਅਗਸਤ ਨੂੰ। ਇੱਕ ਵਾਰ ਗੱਲ ਉੱਠ ਰਹੀ ਸੀ ਵੀ ਜਿਹੜੀ ਸਰਕਾਰ ਵੱਲੋਂ ਲਗਾਤਾਰ ਸਰਗਰਮੀ ਦਿਖਾਈ ਜਾ ਰਹੀ ਹੈ ਓਪੋਜੀਸ਼ਨ ਦੇ ਖਿਲਾਫ, ਖਾਸ ਤੌਰ ਤੇ ਕਾਂਗਰਸ ਪਾਰਟੀ ਦੇ ਖਿਲਾਫ। ਕੱਲ ਆਪਾਂ ਵੀ ਇਹ ਗੱਲ ਥੋੜੀ ਜਿਹੀ ਕੀਤੀ ਸੀ ਵੀ ਜਿਹੜਾ ਟੈਨਿਓਰ ਹੈ ਜਿਹੜਾ ਕੈਪਟਨ ਅਮਰਿੰਦਰ ਦਾ ਜਾਂ ਚਰਨਜੀਤ ਸਿੰਘ ਚੰਨੀ ਦਾ, ਉਹਦੇ 'ਚ ਜੋ ਕੁਝ ਵੀ ਹੋਇਆ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ 10 ਸਾਲ ਦਾ ਰਾਜ, ਉੱਥੇ ਕਿਹੜਾ ਕੁਝ ਨਹੀਂ ਹੋਇਆ। ਉਹਦੀ ਕੰਟੀਨਿਊਟੀ ਜਿਹੜੀ ਆ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ ਕਰਪਸ਼ਨ ਦੇ ਰੂਪ ਦੇ ਵਿੱਚ ਅਸੀਂ ਦੇਖੀ ਹੈ ਵੀ ਉਹਨੂੰ ਕਿਉਂ ਛੱਡ ਦਿੱਤਾ ਗਿਆ। ਇੱਕ ਸਵਾਲ ਇਹ ਵਾਰ-ਵਾਰ ਇਹ ਉੱਠ ਰਿਹਾ ਸੀ ਵੀ ਕਾਰਨ ਕੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਤੇ BJP ਜਿਹੜੀ ਹੈ ਉਹਨਾਂ ਦੀ ਲੀਡਰਸ਼ਿਪ ਤੇ ਉਹਨੇ ਅਟੈਕਿੰਗ ਨਹੀਂ ਹੈਗੇ ਆਮ ਆਦਮੀ ਪਾਰਟੀ ਵਾਲੇ ਜਾਂ ਭਗਵੰਤ ਮਾਨ ਦੀ ਸਰਕਾਰ ਦੇ ਲੋਕ, ਜਿੰਨੇ ਕਾਂਗਰਸ ਪਾਰਟੀ ਤੇ ਹੈ। ਤੇ ਤੀਜੀ ਗੱਲ ਇਹ ਉੱਠ ਰਹੀ ਸੀ ਵੀ ਜਿਹੜੇ ਲੋਕ ਇਹ ਰੌਲਾ ਪਾਉਂਦੇ ਰਹੇ ਸਰਕਾਰ ਚੋਣ ਤੋਂ ਪਹਿਲਾਂ ਵੀ ਇਹ ਤਾਂ 24 ਘੰਟਿਆਂ ਦੀ ਗੱਲ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਿੱਖਾਂ ਦੇ ਪਿੱਛੇ ਭੇਜਣਾ ਤਾਂ 24 ਘੰਟੇ ਦਾ ਕੰਮ ਹੈ। ਅਰਵਿੰਦ ਕੇਜਰੀਵਾਲ ਇਹ ਕਹਿੰਦੇ ਰਹੇ ਵੀ ਉਹ ਸਿਰਫ ਆਪਣੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਹੈ ਉਹਨਾਂ ਦੀ ਰਿਪੋਰਟ ਹੀ ਪੜ੍ਹ ਲੈਣ। ਚਰਨਜੀਤ ਸਿੰਘ ਚੰਨੀ ਇਹ ਗੱਲ ਕਹੀ ਆ ਕੇ ਅਰਵਿੰਦ ਕੇਜਰੀਵਾਲ ਨੇ 24 ਘੰਟੇ 'ਚ ਦੋਸ਼ੀ ਅੰਦਰ ਹੋਣਗੇ, ਤੇ ਜਿੱਦਣ ਅਸੀਂ ਸਰਕਾਰ 'ਚ ਆ ਗਏ 24 ਘੰਟੇ 'ਚ ਦੋਸ਼ੀ ਅੰਦਰ ਕਰਾਂਗੇ। ਤੇ ਪਰ ਇੱਕ ਇੰਚ ਵੀ ਅੱਗੇ ਨਹੀਂ ਤੁਰਿਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ।
ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਇਹ ਸਵਾਲ ਉੱਠ ਰਹੇ ਸੀ। ਖੁਦ ਉਹਨਾਂ ਦੇ ਜਿਹੜੇ ਵਿਧਾਇਕ ਨੇ ਜਿਨ੍ਹਾਂ ਦਾ ਨਾਂ ਲੈ ਕੇ ਸਿਆਸਤ ਕੀਤੀ, ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੇ ਵੀ 2-3 ਵਾਰੀ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵੀ ਉਠਾਈਆਂ। ਹੁਣ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਵੀ ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਪੇਸ਼ ਹੋਣ, ਪਹਿਲਾਂ ਵੀ ਇੱਕ ਵਾਰੀ ਪੇਸ਼ੀ ਉਹਨਾਂ ਦੀ ਹੋ ਚੁੱਕੀ ਹੈ, ਤੇ ਉਹ ਸਵਾਲ ਜਵਾਬ ਹੋਣਗੇ, ਉਦੋਂ ਵੀ ਕੁੰਵਰ ਵਿਜੇ ਪ੍ਰਤਾਪ ਦਾ ਬਿਆਨ ਆ ਗਿਆ ਵੀ ਇਹ ਤਾਂ ਤਲਬੀ ਕੀਤੇ ਗਏ, ਇਹਨਾਂ ਨੂੰ ਦੀ ਤਾਂ ਹੁਣ ਤੱਕ ਗ੍ਰਿਫਤਾਰੀ ਹੋਣੀ ਚਾਹੀਦੀ ਸੀ। ਇਹ ਕੁੰਵਰ ਵਿਜੇ ਪ੍ਰਤਾਪ ਨੇ ਕਹੀ ਹੈ, ਨਾਲ ਦੀ ਨਾਲ ਹੀ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਸੋ ਚਲੋ ਖੈਰ ਦੇਖਦੇ ਆ ਉਹ ਤਲਬ ਕਰਕੇ ਕਿੱਦਾਂ ਦੀਆਂ ਸਵਾਲ ਜਵਾਬ ਹੁੰਦੇ ਆ ਤੇ ਕਿੰਨੀ ਕੁ ਦੂਰ ਤੱਕ ਉਹਦੀ ਗੱਲ ਖਿੱਚੀ ਜਾਂਦੀ ਹੈ। ਪਰ ਸੁਖਬੀਰ ਸਿੰਘ ਬਾਦਲ ਨੇ ਵੀ ਨਾਲ ਦੀ ਨਾਲ ਹੀ ਪ੍ਰੈਸ ਕਾਨਫਰੰਸ ਕਰ ਲਈ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਪੰਜਾਬ ਸਰਕਾਰ ਨੂੰ, ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਿਆ ਕਾਫੀ ਦਿਨਾਂ ਬਾਅਦ। ਇਹ ਸਾਰੇ ਚੁੱਪ ਦੀ ਜੂਨ ਹੰਢਾ ਰਹੇ ਸੀ, ਅਕਾਲੀ ਵੀ ਚੁੱਪੇ ਸੀ ਲਗਭਗ, ਉਹ ਆਪਣੀ ਲੜਾਈ 'ਚ ਲੱਗੇ ਹੋਏ ਸੀ। ਜਦੋਂ ਹੁਣ ਉਹਨਾਂ ਨੂੰ ਤਲਬ ਕੀਤਾ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਆਪ ਸਰਕਾਰ ਦੇ ਉੱਤੇ ਇਲਜ਼ਾਮ ਲਾਇਆ ਕਿ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ, ਉਦਾਂ ਦੀ ਕੋਈ ਐਕਸਾਈਜ਼ ਪਾਲਿਸੀ, ਲਗਭਗ ਉਹੀ ਐਕਸਾਈਜ਼ ਪਾਲਿਸੀ ਪੰਜਾਬ ਦੇ ਵਿੱਚ ਹੈ। ਤੇ ਇਹਨਾਂ ਨੇ ਬਕਾਇਦਾ ਜਿਹੜੇ ਹੋਲਸੇਲਰ ਜਿਹੜੇ ਹੈ ਉਹ 100 ਤੋਂ ਜ਼ਿਆਦਾ ਹੁੰਦੇ ਸੀ, ਉਹਨਾਂ ਤੇ ਕੱਟ ਮਾਰ ਕੇ 2 ਹੋਲਸੇਲਰ ਜਿਹੜੇ ਆ ਉਹਨਾਂ ਨੂੰ ਸਾਰਾ ਸ਼ਰਾਬ ਦੇ ਠੇਕਾ ਦੇ ਦਿੱਤਾ ਪੰਜਾਬ 'ਚ। ਤੇ 500 ਕਰੋੜ ਰੁਪਏ ਦਾ ਘੁਟਾਲਾ ਆ, 500 ਕਰੋੜ ਰੁਪਏ ਦਾ ਘੁਟਾਲਾ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ। ਇਸ ਤਰ੍ਹਾਂ ਦਾ ਇਲਜ਼ਾਮ ਲਾ ਕੇ ਸੁਖਬੀਰ ਸਿੰਘ ਬਾਦਲ ਨੇ ਵੀ ਕੁਝ ਹਮਲਾਵਰ ਰੁਖ ਅਪਣਾਇਆ। ਹੁਣ ਇਹਦਾ ਕੀ ਨਿਕਲਦਾ ਇਹਦੇ ਚੋਂ, ਆਮ ਆਦਮੀ ਪਾਰਟੀ ਵੱਲੋਂ ਇਹਦੇ ਕੋਈ ਰਿਐਕਸ਼ਨ ਨਹੀਂ ਸੀ ਦਿੱਤਾ ਗਿਆ ਦੇਰ ਰਾਤ ਤੱਕ। ਮੈਂ ਦੇਖਿਆ ਹੁਣ ਕੋਈ ਆ ਗਿਆ ਹੋਵੇ ਤਾਂ ਕਹਿ ਨਹੀਂ ਸਕਦੇ, ਪਰ ਇਹ ਦੋਸ਼ ਲਾਇਆ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ। ਜਿੱਦਾਂ ਮਨੀਸ਼ ਸਿਸੋਦੀਆ ਤੇ ਦੋਸ਼ ਲੱਗਦਾ ਆ ਕਿ ਉਹਨਾਂ ਨੇ ਸ਼ਰਾਬ ਘਟਾਲੇ 'ਚ ਕੁਝ ਕੀਤਾ, ਤੇ ਉਹ ਨਿਊਯਾਰਕ ਟਾਈਮ ਵਾਲੀ ਖਬਰ ਲੈ ਕੇ ਅੱਗੇ ਆ ਜਾਂਦੇ ਕਿ ਅਸੀਂ ਤੇ ਸਕੂਲ ਬਣਾਉਣੇ ਆ ਜੀ, ਸਾਨੂੰ ਤਾਂ ਪਤਾ ਹੀ ਕੁਝ ਨਹੀਂ। ਇੱਦਾਂ ਹੀ ਸੁਖਬੀਰ ਬਾਦਲ ਦੀਆਂ ਗੱਲ ਤੇ ਕੋਟਕਪੂਰਾ ਦੀ ਹੋ ਰਹੀ ਆ ਤੇ ਇਹ 500 ਦਾ ਘਟਾਲਾ ਲੈ ਕੇ ਬਹਿ ਗਏ। ਇੱਦਾਂ ਹੀ ਉਹ ਜਿਹੜੇ IG ਸਾਹਿਬ ਹੈ ਉਹ ਕਹਿ ਰਹੇ ਆ ਕਿ ਮੈਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ। ਕੱਲ ਭਾਰਤ ਭੂਸ਼ਣ ਆਸ਼ੂ ਵੀ ਇੱਦਾਂ ਹੀ ਕਹਿੰਦੇ ਸੀ। ਤੇ ਉਹ ਜਿਹੜੇ ਜੇਲ੍ਹ 'ਚ ਬਰਾਜਮਾਨ ਨੇ ਸਾਧੂ ਸਿੰਘ ਹਰੀ ਸਾਧ ਬੰਦੇ, ਉਹ ਵੀ ਤਾਂ ਇਹੋ ਹੀ ਕਹਿੰਦੇ ਚੱਲ ਗਏ ਨਾ ਜੀ, ਮੈਨੂੰ ਸਾਜ਼ਿਸ਼ 'ਚ ਫਸਾਇਆ ਗਿਆ, ਮੈਂ ਤਾਂ ਹੈ ਹੀ ਬੜਾ ਸੰਤ ਸੁਭਾਅ ਸਾਧੂ ਸੁਭਾਅ ਦਾ ਬੰਦਾ, ਮੈਂ ਤਾਂ ਇਹੋ ਜਿਹਾ ਕੰਮ ਹੀ ਨਹੀਂ ਕਰਦਾ। ਇਹਨਾਂ 'ਚ ਕਚੋਰ ਤੇ ਕੋਈ ਵੀ ਨਹੀਂ ਗਾ। ਇਹ ਤੇ ਅਦਾਲਤਾਂ ਦਾ ਸਾਬਤ ਹੋਵੇ ਜਾ ਕੇ ਤੇ ਤਾਂ ਹੀ ਪਤਾ ਲੱਗੇ ਨਾ ਜੀ। ਕਿਸੇ ਤੇ ਦੋਸ਼ ਲਾ ਦੇਣਾ ਤੇ ਚੋਰ ਨਹੀਂ ਨਾ ਬਣਦਾ। ਉਹ ਸੱਚ ਹੀ ਕਹਿੰਦੇ ਆ ਵੀ ਅਸੀਂ ਤੇ ਬਿਲਕੁਲ ਸਾਧ ਹਾਂ ਜੀ, ਅਸੀਂ ਤੇ ਕੁਝ ਨਹੀਂ ਕੀਤਾ। ਅਨਲੈਸ ਉਹਨਾਂ ਨੂੰ ਕੋਰਟ ਟੰਗਦੀ ਨਹੀਂ, ਉਹਨਾਂ ਚਿਰ ਇਹ ਸਾਰੇ ਸਾਧ ਹੀ ਨੇ ਜੀ, ਕੋਈ ਚੋਰ ਨਹੀਂ ਹੈ। ਅੱਛਾ, 2-3 ਖਬਰਾਂ ਵੱਡੀਆਂ ਜਿਹੜੀਆਂ ਨੇ, ਇੱਕ ਤਾਂ ਸੋਨਾਲੀ ਫੋਗਾਟ ਵਾਲੀ ਜਿਹੜੀ ਖਬਰ ਹੈ ਉਹ 2 ਦਿਨ ਤੋਂ ਚਰਚਾ ਸੀ, ਬਹੁਤੀ ਕੀਤੀ ਨਹੀਂ ਸੀਗੀ। BJP ਦੀ ਉਹ ਲੀਡਰ ਵੀ ਬਣੀ ਸੀਗੀ ਤੇ ਕਾਫੀ ਜ਼ਿਆਦਾ ਉਹ ਟਿਕਟੌਕ 'ਤੇ ਰਹਿੰਦੀ ਸੀ। ਕਿਸਾਨ ਮੋਰਚੇ ਤੋਂ ਦੇ ਕੜੇ ਨੈਗੇਟਿਵ ਰੋਲ ਵੀ ਸਾਹਮਣੇ ਆਏ ਸੀ। ਉਹਦੀ ਮੌਤ ਹੁੰਦੀ ਆ, ਉਹਦਾ ਪਰਿਵਾਰ ਕਹਿੰਦਾ ਆ ਕਿ ਕਤਲ ਹੈ। ਤੇ ਹੁਣ ਤੇ ਉਤੋਂ ਵੀ ਅੱਗੇ ਲੰਘ ਗਿਆ। ਉਹਦਾ ਭਰਾ ਕਹਿੰਦਾ ਕੱਲਾ ਕਤਲ ਹੀ ਨਹੀਂ ਆ, ਉਹਦਾ ਰੇਪ ਵੀ ਕੀਤਾ ਗਿਆ। ਉਹ ਫੜੇ ਗਏ 2 ਜਣੇ। ਦੂਜੀ ਖਬਰ ਨਿੱਕੂ ਦੀ ਕੱਲ ਬੜੀ ਚੱਲ ਰਹੀ। ਇੰਦਰਜੀਤ ਨਿੱਕੂ ਇੱਕ ਅੱਛਾ ਗਾਇਕ ਸੀਗਾ ਸਾਡੇ, ਉਹਦੀ ਆਰਥਿਕ ਮੰਦਹਾਲੀ ਦੀ ਖਬਰ ਕਾਫੀ ਚਰਚਾ 'ਚ ਰਹੀ। ਸੋਸ਼ਲ ਮੀਡੀਆ ਨੇ ਉੱਤੇ ਬਾਅਦ ਕਮੈਂਟ ਚੰਗੇ ਮਾੜੇ ਕੀਤੇ ਤੇ ਹੁਣ ਲੱਗਦਾ ਕਿ ਉਹਦੇ ਵੱਲ ਲੋਕਾਂ ਦਾ ਧਿਆਨ ਗਿਆ, ਦੁਬਾਰਾ ਉਹਨੂੰ ਕੋਈ ਸ਼ੋਸ਼ਾ ਸ਼ਾਇਦ ਮਿਲ ਜਾਣਗੇ। ਤੇ ਤੀਜੀ ਵੱਡੀ ਖਬਰ ਅੱਜ ਮੂਸੇਵਾਲਾ ਪਰਿਵਾਰ ਵੱਲੋਂ ਕੈਂਡਲ ਮਾਰਚ ਵੀ ਸੀ, ਉਹਨੂੰ ਬੜਾ ਪ੍ਰਵਾਨ ਦੇ ਹੰਗਾਰਾ ਮਿਲਿਆ। ਬਹੁਤ ਸਾਰੇ ਲੋਕ ਅਜੇ ਵੀ ਜਜ਼ਬਾਤੀ ਹੋ ਕੇ ਉਸ ਗੱਲ ਨਾਲ ਜੁੜੇ ਨੇ। ਅਜੇ ਵੇਖਦੇ ਆ ਕਿ ਉਹਦੇ ਫਾਦਰ ਸਾਹਿਬ ਕਿਹੋ ਜਿਹੇ ਖੁਲਾਸੇ ਕਰਦੇ ਆ। ਬਹੁਤ ਸਾਰੇ ਗਾਇਕਾਂ ਦੇ ਨਾਂ ਜੁੜਨ ਦੀ ਸੰਭਾਵਨਾ ਵੀ ਲੱਗਦੀ ਆ ਇਸ ਮਾਮਲੇ 'ਚ। ਸੋਨਾਲੀ ਫੋਗਾਟ ਬਾਰੇ ਤਾਂ ਇਹ ਹੈ ਵੀ ਹੈਰਾਨੀ ਸੀ ਕਿ ਇੰਨੀ ਛੋਟੀ ਉਮਰ ਦੇ ਵਿੱਚ ਕੋਈ ਦਿਲ ਦੇ ਦੌਰੇ ਨਾਲ ਮੌਤ ਹੋਣ ਦੀ ਖਬਰ ਜਦੋਂ ਆਈ। ਗੋਆ 'ਚ ਸੀ ਉਹ, ਤੇ ਪਰਿਵਾਰ ਨੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਇਹ ਕਿਹਾ ਵੀ ਨਹੀਂ ਇਹ ਮਰਡਰ ਹੈ। ਤੇ ਬਾਅਦ ਵਿੱਚ ਇਹ ਗੱਲ ਵੀ ਪਰਿਵਾਰ ਨੇ ਰੱਖੀ, ਉਹਦੇ ਭਰਾ ਨੇ ਸਾਰੀਆਂ ਗੱਲਾਂ ਰੱਖੀਆਂ ਵੀ 3 ਸਾਲ ਤੋਂ ਇਸ ਤਰ੍ਹਾਂ ਦਾ ਐਕਸਪਲੋਇਟੇਸ਼ਨ ਜਿਹੜੀ ਉਹਦੀ ਹੋ ਰਹੀ ਸੀ। ਕੁਝ 2 ਨੌਜਵਾਨ ਜਿਨ੍ਹਾਂ ਦਾ ਜ਼ਿਕਰ ਕੀਤਾ, ਇੱਕ ਜਿਹੜਾ PA ਦੇ ਤੌਰ ਤੇ ਇੱਕ ਕਿਸਮ ਦਾ ਕੰਮ ਕਰ ਰਿਹਾ ਸੀ, ਵੀ ਉਹਨੇ ਡਰੱਗ ਦੇ ਕੇ ਤੇ ਉਹਦੇ ਨਾਲ ਰੇਪ ਕੀਤਾ ਤੇ ਫਿਰ ਉਹਦੀ ਵੀਡੀਓਗ੍ਰਾਫੀ ਕੀਤੀ ਤੇ ਉਹ ਬਲੈਕਮੇਲ ਕਰ ਰਿਹਾ ਸੀ। ਇੱਦਾਂ ਦੀਆਂ ਗੱਲਾਂ ਆ ਰਹੀਆਂ ਤੇ ਇਹਦੇ 'ਚ ਹੁਣ ਪੜਤਾਲ ਦਾ ਵਿਸ਼ਾ ਆ ਤੇ ਜ਼ਰੂਰ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਤੋਂ ਜਾ ਚੁੱਕੇ ਸੀਗੇ ਤੇ ਇੱਕ ਚੋਣ ਵੀ ਲੜੀ ਸੀ, ਹਾਰ ਗਏ ਸੀ।
ਸੋ ਮੈਨੂੰ ਲੱਗਦਾ ਹੈ ਕਿ ਕਿਉਂਕਿ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਸਵਾਲ ਵੀ ਹੈ ਤਾਂ ਜ਼ਰੂਰ ਇਹਦੇ ਤੇ ਪੜਤਾਲ ਜਿਹੜੀ ਹੈ ਉਹ ਤੇਜ਼ੀ ਨਾਲ ਕਰਕੇ ਸੱਚ ਜਿਹੜਾ ਉਹ ਸਾਹਮਣੇ ਜ਼ਰੂਰ ਲੈ ਕੇ ਆਉਣਗੇ। ਦਸਾਂਝ ਸਾਹਿਬ, ਕੱਲ ਪਾਕਿਸਤਾਨ ਦੀ ਨਹੀਂ, ਸਾਡੇ ਗੁਆਂਢੀ ਦੇਸ਼ ਮਿਆਂਮਾਰ ਦੀ ਵੀ ਨਾਲ ਖਬਰ ਆ ਤੇ ਨਾਲ ਪਾਕਿਸਤਾਨ ਦੀ ਵੀ ਆ। ਇਹ ਤੋਂ ਇਲਾਵਾ 13 ਕੰਟਰੀ ਹੋਰ ਅੱਗੇ ਵੀ ਆਪਾਂ ਜ਼ਿਕਰ ਕਰਦੇ ਹੁੰਦੇ ਆ ਲੰਕਾ ਤੋਂ ਬਾਅਦ ਜਿਹੜੇ ਬੈਂਕਰਪਟ ਹੋਣ ਦੇ ਕੰਢੇ ਤੇ ਆ। ਤੇ ਜਿਹੜਾ ਗੁਆਂਢੀ ਮੁਲਕ ਸਾਡਾ ਪਾਕਿਸਤਾਨ ਆ, ਉਹਨਾਂ ਕੋਲ 5 ਹਫ਼ਤਿਆਂ ਦਾ ਸਮਾਨ ਰਹਿ ਗਿਆ ਜੀ, ਜਿਹੜੀਆਂ ਉਹਨਾਂ ਦੀਆਂ ਜ਼ਰੂਰਤਾਂ ਦਰਾਮਦ ਕਰਨ ਵਾਲੀਆਂ। ਤੇ ਹਾਲਾਤ ਇੱਥੋਂ ਤੱਕ ਵਿਗੜਦੇ ਜਾ ਰਹੇ ਕਿ ਪੂਰੀ ਤਰ੍ਹਾਂ ਖੜੋਤ 'ਚ ਆ ਤੇ ਕੋਈ ਵੀ ਕੰਪਨੀ ਉੱਥੇ ਆਪਣਾ ਨਿਵੇਸ਼ ਨਹੀਂ ਕਰ ਰਹੀ। ਤੇ ਜੁਲਾਈ ਦੇ ਇਕੱਲੇ ਮਹੀਨੇ 'ਚ ਹੀ 103.8 ਮਿਲੀਅਨ ਡਾਲਰ ਤੋਂ ਘਟ ਕੇ 43% ਘਟ ਗਈ ਤੇ 69 ਮਿਲੀਅਨ ਡਾਲਰ ਤੇ ਉਹਨਾਂ ਦੀ ਜਿਹੜੀ FDI ਹੁੰਦੀ ਆ ਉਹ ਆ ਗਈ ਆ। ਤੇ ਪਾਕਿਸਤਾਨ 5 ਹਫ਼ਤੇ ਕਹਿੰਦੇ ਆ, 8 ਲਾ ਲਓ 10 ਲਾ ਲਓ, ਉਸ ਤੋਂ ਬਾਅਦ ਲੰਕਾ ਵਾਲੇ ਪਾਸੇ ਨੂੰ ਵੱਧ ਰਿਹਾ। ਮਿਆਂਮਾਰ ਦੀ ਹਾਲਤ ਵੀ ਉਦੋਂ ਭੈੜੀ ਆ। ਆਲੇ ਦੁਆਲੇ ਹੋਰ ਵੀ ਮੁਲਕ ਨੇ, ਵੈਸੇ ਤੇ 12-13 ਮੁਲਕ ਜਿਹੜੇ ਕਹਿੰਦੇ ਨੇ, ਉਹਨਾਂ 'ਚ ਗਰੀਸ, ਰੂਸ, ਉਰਗਵੇ, ਡੋਮੀਨੀਅਨ ਰਿਪਬਲਿਕ, ਅਰਜਨਟਾਈਨਾ, ਮਿਆਂਮਾਰ ਦੀ ਮੈਂ ਗੱਲ ਕਰ ਹੀ ਚੁੱਕਾ ਆ, ਬੇਲਾਰੂਸ ਤੇ ਹੋਰ ਕਈ, ਇਕਵਾਡੋਰ, ਕਾਫੀ ਕੰਟਰੀ ਨੇ ਜੀ। ਇਹਨਾਂ 'ਚ ਕੁਝ ਕੁ ਕੰਟਰੀ ਤੇ ਆ ਜਿਹੜੇ ਦੂਜੀ ਵਾਰ ਬੈਂਕਰਪਟ ਹੋ ਰਹੇ ਆ, ਜਿਨ੍ਹਾਂ 'ਚ ਗਰੀਸ ਵਗੈਰਾ ਵੀ ਆ, ਡੋਮੀਨੀਅਨ ਰਿਪਬਲਿਕ ਵੀ ਆ, ਇਕਵਾਡੋਰ ਵੀ ਆ। ਤੇ ਹਾਲਾਤ ਦੁਨੀਆ ਦੇ ਬਹੁਤ ਹਾਲਾਤ ਖਤਰਨਾਕ ਹਾਲਤ ਤੱਕ ਆਰਥਿਕ ਤੌਰ ਤੇ ਟੁੱਟਿਆ ਹੋਇਆ ਸਾਰਾ ਵਰਲਡ। ਤੇ ਇਹਦੇ ਵਿੱਚ ਜਿਹੜੇ ਮੁਲਕਾਂ ਦਾ ਮੈਂ ਜ਼ਿਕਰ ਕੀਤਾ, ਜ਼ਿਆਦਾਤਰ ਹਿੱਸੇਦਾਰੀ ਚਾਈਨਾ ਦੇ ਕਰਜ਼ਿਆਂ ਦੀ ਆ। ਭਾਵੇਂ ਉਹ ਲਤੀਨੀ ਅਮਰੀਕਾ ਦੇ ਮੁਲਕ ਹੋਣ, ਚਾਹੇ ਮਿਆਂਮਾਰ ਹੋਵੇ ਤੇ ਚਾਹੇ ਸਾਡਾ ਗੁਆਂਢੀ ਪਾਕਿਸਤਾਨ ਹੋਵੇ। ਵੈਸੇ ਤੇ ਗੁਆਂਢੀ ਹੱਸਦਾ ਵਸਦਾ ਰਵੇ ਤੇ ਉਹੀ ਖੁਸ਼ੀ ਵਾਲੀ ਗੱਲ ਹੁੰਦੀ ਆ ਤੇ ਉਹਦੇ ਨਾਲ ਹੀ ਠੰਡੀਆਂ ਹਵਾਵਾਂ ਇੱਕ ਦੂਜੇ ਪਾਸੇ ਜਾਂਦੀਆਂ। ਪਰ ਹਾਲਾਤ ਜਿੱਦਾਂ ਦੇ ਬਣ ਰਹੇ ਆ, ਪਾਕਿਸਤਾਨ 'ਚ ਬਹੁਤ ਜਲਦੀ ਜਿਹੜੀ ਆ ਹੋਰ ਆਰਥਿਕ ਮੰਦਹਾਲੀ ਹੋਣੀ ਆ। ਅੱਜ ਵੀ ਸਵੇਰੇ 2 ਭਰਾ ਪਾਕਿਸਤਾਨੀ ਆਪੋ 'ਚ ਬਹਿਸ ਕਰ ਰਹੇ ਸੀ ਕਿਤੇ, ਤੇ ਮੈਂ ਕਿਹਾ ਯਾਰ ਜ਼ਿਆਦਾ ਫਿਕਰ ਨਾ ਕਰਿਓ, ਉੱਥੇ ਰੱਬ ਵਸਦਾ, ਅੱਲਾ ਮੀਆਂ ਇੱਦਾਂ ਹੀ ਸਾਡੇ ਭਾਰਤ 'ਚ ਆ, ਉੱਥੇ ਸ਼੍ਰੀ ਰਾਮ ਸੰਭਾਲ ਲੈਣਗੇ, ਆਪਾਂ ਨੂੰ ਚਿੰਤਾ ਕੀਤਿਆਂ ਕੁਛ ਨਹੀਂ ਹੋਣ ਲੱਗਾ। ਕਹਿੰਦੇ ਜੀ ਭੁੱਖਮਰੀ ਦਾ ਸ਼ਿਕਾਰ ਨੇ ਲੋਕ, ਤਰਸ ਤੇ ਆਉਂਦਾ ਹੀ ਆ ਨਾ। ਤੇ ਜੇ ਹਾਲਾਤ ਹੋਰ ਵੱਧ ਤੋਂ ਬਦਤਰ ਹੋ ਗਏ ਆਪਣੇ ਆਂਢੀ ਗੁਆਂਢੀਆਂ ਦੇ, ਮਿਆਂਮਾਰ ਤੇ ਪਾਕਿਸਤਾਨ ਦੇ, ਤੇ ਮੈਂ ਤੇ ਕਹਿੰਦਾ ਨਾ ਮੋਦੀ ਰਾਂ ਸਾਨੂੰ ਵੀ ਉਸੇ ਰਾਹ ਪਾਇਆ ਹੋਇਆ, ਤੇ ਬਣੂਗਾ ਕੀ ਆਖਰਕਾਰ? ਇਹ ਖਬਰਾਂ ਡਰਾਉਣ ਵਾਲੀਆਂ ਨੇ। ਜੀ ਜੀ ਜੀ, ਸਾਡੇ ਕੋਲ ਅੱਜ ਇੰਨਾ ਸਮਾਂ ਨਹੀਂ ਹੈ ਕਿ ਡਿਟੇਲ 'ਚ ਗੱਲ ਕਰ ਸਕੀਏ, ਪਰ ਇਹ ਗੱਲ ਦਰੁਸਤ ਹੈ। ਮੈਂ ਵੀ ਕਈ ਵਾਰੀ ਕਹਿੰਦਾ ਹੁੰਦਾ ਜਦੋਂ ਕਦੇ ਕੋਈ ਜ਼ਿਆਦਾ ਚਰਚਾ ਇਦਾਂ ਦੀ ਹੁੰਦੀ ਹੈ, ਤੇ ਮੈਂ ਇਹੀ ਕਹਿੰਦਾ ਹੁੰਦਾ ਕਿ ਭਾਈ ਸਾਡਾ ਰੱਬ 'ਚ ਯਕੀਨ ਤਾਂ ਹੈ ਨਹੀਂ, ਪਰ ਲੱਗਦਾ ਇਹ ਹੈ ਕਿ ਜਿੱਦਾਂ ਦੇ ਹਾਲਾਤ ਨੇ ਵੀ ਇਹ ਮੁਲਕ ਜਿਹੜਾ ਰੱਬ ਆਸਰੇ ਚੱਲੀ ਜਾਂਦਾ। ਭਾਰਤ ਬਾਰੇ ਅਕਸਰ ਅਸੀਂ ਇਦਾਂ ਗੱਲ ਕਹਿੰਦੇ ਆ, ਤੇ ਉੱਥੇ ਪਾਕਿਸਤਾਨ ਦੇ ਵੀ ਇੱਕ ਅਵਾਮੀ ਸ਼ਾਇਰ ਹੋਏ ਆ, ਮੈਂ ਹੁਣ ਨਜ਼ਮ ਵੀ ਭੁੱਲ ਗਿਆ ਪੂਰੀ ਤੇ ਕਵੀ ਦਾ ਨਾਮ ਵੀ ਭੁੱਲ ਗਿਆ, ਕੱਲ ਮੈਂ ਯਾਦ ਕਰਕੇ ਦੱਸੂਗਾ। ਉਹ ਇਸੇ ਗੱਲ ਨੂੰ ਆਵਾਜ਼ ਦੇ ਰਹੇ, ਅੱਲਾ ਨੂੰ ਆਵਾਜ਼ ਹੀ ਦੇ ਰਿਹਾ ਵੀ ਅੱਲਾ ਮੀਆਂ ਥੱਲੇ ਆ ਕੇ ਦੇਖ ਕੀ ਹੋਣ ਡਿਆ। ਤੇ ਕਾਫੀ ਪਿਆਰੀ ਨਜ਼ਮ ਹੈ, ਹਕੀਕੀ ਨਜ਼ਮ ਹੈ ਉਹ ਮੇਰੇ ਹੱਥ ਲੱਗੀ ਤਾਂ ਮੈਂ ਜ਼ਰੂਰ ਕਿਸੇ ਨਾਲ ਸਾਂਝੀ ਕਰੂੰਗਾ। ਸੋ ਸ਼੍ਰੀਲੰਕਾ ਤੋਂ ਲੈ ਕੇ ਪਾਕਿਸਤਾਨ, ਬਾਕੀ ਜਿਨ੍ਹਾਂ ਮੁਲਕਾਂ ਦਾ ਤੁਸੀਂ ਜ਼ਿਕਰ ਕੀਤਾ, ਬਹੁਤ ਵੱਡਾ ਇੱਕ ਕ੍ਰਾਈਸਿਸ ਹੈ। ਇਹਦੇ ਪਿੱਛੇ ਇੱਕ ਰਾਜਨੀਤਿਕ ਸਥਿਰਤਾ ਜਿਹੜੀ ਹੈ, ਮਤਲਬ ਪੋਲੀਟੀਕਲ ਅਨਸਟੇਬਿਲਿਟੀ ਜਿਹੜੀ ਹੈ, ਉਹ ਵੀ ਪਾਕਿਸਤਾਨ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਜ਼ਰੂਰ ਇਹਦੇ ਲਈ ਜ਼ਿੰਮੇਵਾਰ ਹੈ। ਪਾਕਿਸਤਾਨ ਦਾ ਜਿਸ ਤਰ੍ਹਾਂ ਦਾ ਤੰਤਰ ਹੈ, ਜਿੱਥੇ ਅਰਧ ਜਮਹੂਰੀਅਤ ਰਹਿੰਦੀ ਹੈ, ਲੰਮਾ ਸਮਾਂ ਫੌਜੀ ਰਾਜ ਰਿਹਾ, ਤੇ ਜੇ ਕਿਤੇ ਜਮਹੂਰੀਅਤ ਦੇ ਨਾਲ ਇੱਥੇ ਚੋਣਾਂ ਹੋ ਗਈਆਂ, ਉਹ ਵੀ ਫੌਜ ਦੇ ਕੰਟਰੋਲ 'ਚ ਹੀ ਰਹਿੰਦਾ ਹੈ। ਤੇ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਪੋਲੀਟੀਕਲ ਅਨਸਟੇਬਿਲਿਟੀ ਜਿਹੜੀ ਹੈ, ਉਹਨੇ ਪਾਕਿਸਤਾਨ ਦੀ ਹਾਲਤ ਪਤਲੀ ਕੀਤੀ ਹੋਈ ਹੈ। ਖੁਦ ਪਾਕਿਸਤਾਨ ਦੇ ਜਿਹੜੇ ਵਜ਼ੀਰ ਆਜ਼ਮ ਰਹੇ ਨੇ ਇਮਰਾਨ ਖਾਨ ਸਾਹਿਬ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਵੀ ਪਾਕਿਸਤਾਨ ਜਿਹੜੀ ਹੈ ਉਹ 3 ਟੋਟਿਆਂ 'ਚ ਜਿਹੜਾ ਵੰਡਿਆ ਜਾ ਸਕਦਾ ਹੈ। 3 ਮੁਲਕ ਮਤਲਬ ਬਣ ਸਕਦੇ ਆ। ਪਾਕਿਸਤਾਨ 'ਚੋਂ ਪਹਿਲਾਂ ਇੱਕ ਮੁਲਕ ਨਿਕਲ ਗਿਆ ਬੰਗਲਾਦੇਸ਼, ਭਾਰਤ 'ਚੋਂ ਨਿਕਲਿਆ ਸਾਰਾ ਕੁਝ ਵੈਸੇ, ਪਰ ਜਦੋਂ ਪਾਕਿਸਤਾਨ ਬਣ ਗਿਆ ਤੇ ਫਿਰ ਇੱਕ ਬੰਗਲਾਦੇਸ਼ ਨਿਕਲ ਗਿਆ, ਤੇ ਹੁਣ ਉਸੇ ਪਾਕਿਸਤਾਨ ਦੇ 3 ਮੁਲਕ ਵੀ ਬਣ ਸਕਦੇ ਆ। ਇਹ ਖਦਸ਼ਾ ਖੁਦ ਵਜ਼ੀਰ ਆਜ਼ਮ ਰਹੇ ਇਮਰਾਨ ਖਾਨ ਨੇ ਪ੍ਰਗਟ ਕੀਤਾ ਸੀ। ਉਧਰ ਇਮਰਾਨ ਖਾਨ ਦੀ ਗ੍ਰਿਫਤਾਰੀ ਦੇ ਵੀ ਚਰਚੇ ਚੱਲ ਰਿਹਾ ਵੀ ਕਿਸੇ ਵੇਲੇ ਵੀ ਉਹਨਾਂ ਨੂੰ ਕਰਪਸ਼ਨ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਬਾਕੀ ਚਾਈਨਾ ਦਾ ਦਖਲ ਤਾਂ ਹੈ ਹੀ, ਜਿਹਦਾ ਤੁਸੀਂ ਜ਼ਿਕਰ ਕੀਤਾ। ਇਹ ਸਾਰੇ ਕਰਜ਼ਦਾਰ ਨੇ, ਖਾਸ ਤੌਰ ਤੇ ਚਾਈਨਾ ਦੇ। ਸ਼੍ਰੀਲੰਕਾ ਵੀ ਏਦਾਂ ਕੋਲੈਪਸ ਹੋਇਆ, ਪਾਕਿਸਤਾਨ ਵੀ ਏਦਾਂ ਕੋਲੈਪਸ ਹੋਣ ਨੂੰ ਫਿਰਦਾ,
ਤੇ ਭਾਰਤ ਦੀ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਭਾਵੇਂ ਜੇ ਸ਼੍ਰੀਲੰਕਾ ਪੌਣੇ ਦੇ 3 ਲੱਖ ਕਰੋੜ ਦਾ ਕਰਜ਼ਈ ਸੀ ਤੇ ਉਹ ਕੋਲੈਪਸ ਹੋ ਗਿਆ ਇੱਕ ਮੁਲਕ, ਤੇ ਪੰਜਾਬ ਇਸ ਵੇਲੇ 3.25 ਲੱਖ ਕਰੋੜ ਦਾ ਕਰਜ਼ਈ ਹੈ। ਸਾਡਾ ਨੇੜਲੇ ਸੂਬੇ ਜਿਹੜੇ ਉੱਤਰੀ ਭਾਰਤ ਦੇ ਬਿਹਾਰ, ਉੱਤਰ ਪ੍ਰਦੇਸ਼, 7-7 ਲੱਖ ਕਰੋੜ ਦੇ ਕਰਜ਼ਈ ਹੈ, ਤੇ ਇਹਦੇ ਬਾਕੀ ਸੂਬੇ ਕਰਜ਼ਈ ਹੈ, ਤੇ ਸਾਰਾ ਦੇਸ਼ ਜਿਹੜਾ ਵਰਲਡ ਬੈਂਕ ਦਾ ਕਰਜ਼ਈ ਹੈ। ਤੇ ਅਸੀਂ ਕਦੋਂ ਕੋਲੈਪਸ ਹੋਣਾ ਸਾਡਾ ਵੀ ਕੁਝ ਨਹੀਂ ਪਤਾ। ਸੋ ਹਾਲਾਤ ਸਾਰੀ ਦੁਨੀਆ ਦੇ ਹੀ ਬੁਰੇ ਬਣੇ ਹੋਏ ਆ, ਸ਼ਿਕੰਜੇ 'ਚ ਨੇ। ਮਤਲਬ ਜਿਹੜੇ ਸਾਮਰਾਜੀ ਲੋਕ ਨੇ, ਸਰਮਾਏਦਾਰ ਵੱਡੇ ਨੇ, ਦੁਨੀਆ ਤੇ ਰਾਜ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਨੇ ਇਸ ਜਿਹੜੇ ਤੀਜੀ ਦੁਨੀਆ ਦੇ ਮੁਲਕ, ਗਰੀਬ ਮੁਲਕ ਜਾਂ ਵਿਕਾਸਸ਼ੀਲ ਮੁਲਕ, ਸਾਰਿਆਂ ਨੂੰ ਇੰਨੀ ਬੁਰੀ ਤਰ੍ਹਾਂ ਕਰਜ਼ੇ 'ਚ ਉਲਝਾਇਆ ਹੋਇਆ ਕਿ ਅਸੀਂ ਉੱਠਣ ਜੋਗੇ ਨਹੀਂ ਹੈ। ਜੀ ਜੀ ਦਸਾਂਝ ਸਾਹਿਬ, ਸਮਾਂ ਆਪਣਾ ਹੋ ਗਿਆ, ਬਹੁਤ ਬਹੁਤ ਸ਼ੁਕਰੀਆ, ਵੱਧ ਸਮਾਂ ਹੋ ਗਿਆ। ਸਗੋਂ ਮੈਂ ਚਾਹਾਂਗਾ ਕਿ ਕੱਲ੍ਹ ਤੋਂ, ਕਿਉਂਕਿ ਸਾਡੇ ਬਹੁਤ ਸਾਰੇ ਦਰਸ਼ਕ ਪਾਕਿਸਤਾਨ ਤੋਂ ਵੀ ਆ, ਕਿਉਂਕਿ ਇੱਥੇ ਪੰਜਾਬੀ ਸਮਝਣ ਵਾਲੇ ਅਸੀਂ ਦੋਵਾਂ ਪਾਸਿਆਂ ਤੋਂ ਹੀ ਆ ਪੰਜਾਬੀ, ਤੇ ਕੁਝ ਕੁ ਖਬਰਾਂ ਪਾਕਿਸਤਾਨ ਦੀਆਂ ਲਈ ਵੀ ਟਾਈਮ ਆਪਾਂ ਰੱਖਿਆ ਕਰੀਏ, ਭਾਵੇਂ 10-15 ਮਿੰਟ ਹੀ ਹੋਵੇ। ਜ਼ਰੂਰ 2-3 ਖਬਰਾਂ ਪਾਕਿਸਤਾਨ ਦੀਆਂ ਜ਼ਰੂਰ ਆਪਾਂ ਜਿਹੜੀਆਂ ਉਹਨਾਂ ਨੂੰ ਕਵਰ ਕਰਿਆ ਕਰੀਏ। ਤੇ ਇਹ ਖਬਰ ਆਰਥਿਕ ਵਾਲੀ ਜਿਹੜੀ ਮੰਦਹਾਲੀ ਵਾਲੀ ਹੈ, ਤੇ ਆਪਾਂ ਲਗਾਤਾਰ ਅੱਗੇ ਵੀ ਕਰਦੇ ਰਹੇ ਹਾਂ। ਸੋ ਅੱਗੇ ਸ਼ਰਮਾ ਜੀ ਨੇ ਅੱਗੇ ਵੀ ਕਈ ਵਾਰ ਕਿਹਾ, ਹੋਰ ਵੀ ਦੋਸਤ ਕਹਿੰਦੇ ਰਹਿੰਦੇ ਕਿ ਪਾਕਿਸਤਾਨ ਨੂੰ ਥੋੜ੍ਹਾ ਜਿਹਾ ਕਵਰ ਨਾਲ ਕਰਿਆ ਕਰੋ। ਸੋ ਕੱਲ੍ਹ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਉਹਨਾਂ ਭਰਾਵਾਂ ਦੇ ਮੈਨੂੰ ਤੁਸੀਂ ਏਦਾਂ ਕਰੋ, ਮੈਨੂੰ ਭੇਜੇ ਲਾਹੌਰ ਦਿਓ, ਮੈਂ ਉੱਥੇ ਜਾ ਕੇ ਕਰਦਾ ਰਿਹਾ ਕਰੂੰਗਾ। ਕੱਢੋ ਕੋਈ ਵੀਜ਼ਾ 2-4 ਸਾਲ ਦਾ। ਤੁਹਾਡਾ ਵੀ ਲਾਹੌਰ ਜਾ ਕੇ ਜ਼ਿਆਦਾ ਜੀ ਲੱਗਦਾ ਮੈਨੂੰ ਲੱਗਦਾ।